ਅਸੀਂ ਸਾਰੇ ਵੱਡੇ ਭਾਗਾਂ ਵਾਲੇ ਹਾਂ ਕਿ ਸਮੁੰਦਰ ਵੀ ਨਹੀਂ ਇਹਨੂੰ ਕਹਿ ਸਕਦੇ। ਸਮੁੰਦਰ ਦੀ ਵੀ ਸਾਗਰ ਦੀ ਸੀਮਾ ਅੱਜ ਕੱਲ ਮਾਪੀ ਜਾ ਰਹੀ ਹੈ। ਬਾਣੀ ਸਾਗਰ ਵੀ ਨਹੀਂ, ਗਹਿਰ ਗੰਭੀਰ ਹੈ, ਅਥਾਹ ਹੈ ਬਾਣੀ। ਇਹ ਅਕਾਲ ਪੁਰਖ ਹੈ। ਜਿਸ ਅਕਾਲ ਪੁਰਖ ਨੇ ਸਮੁੰਦਰ ਪੈਦਾ ਕੀਤੇ ਉਹਦਾ ਅੰਤ ਪੈ ਜਾਵੇਗਾ। ਅਜੇ ਤੱਕ ਦੁਨੀਆ ਤੋਂ ਸਮੁੰਦਰ ਦਾ ਅੰਤ ਪਾਇਆ ਨਹੀਂ ਗਿਆ। ਪਾ ਰਹੇ ਹਨ ਪਰ ਪਾਇਆ ਨਹੀਂ ਗਿਆ। ਰੱਬ ਦਾ ਅੰਤ ਇਹ ਦੁਨੀਆ ਨਹੀਂ ਪਾ ਸਕਦੀ। ਅਸੀਂ ਸਾਰੇ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਜਾਣੀਏ ਕਿ ਸਾਨੂੰ ਪਾਤਸ਼ਾਹ ਨੇ ਇਸ ਯੋਗ ਬਣਾਇਆ ਹੈ, ਮਿਹਰ ਭਰੀ ਬਖਸ਼ਿਸ਼ ਕੀਤੀ ਹੈ ਕਿ ਆਪਣੀ ਗੋਦ ਵਿੱਚ ਸਭ ਨੂੰ ਬਿਠਾਇਆ ਹੈ। ਅੰਮ੍ਰਿਤ ਵੇਲੇ ਦੇ ਪਾਵਨ ਦੀਵਾਨ ਵਿੱਚ ਅਸੀਂ ਸਾਰੇ ਜੁੜਨ ਲਈ ਹਾਜ਼ਰੀਆਂ ਭਰ ਰਹੇ ਹਾਂ। ਅੱਜ ਦਾ ਇਹ ਸ਼ਬਦ ਵੀ ਜੁੜਨ ਪ੍ਰਥਾਏ ਹੈ। ਜੋਗੀ ਸੰਤ ਮਹਾਤਮਾ, ਇਹਨਾਂ ਦੀ ਬਹੁਤ ਵੱਖਰੀ ਵੱਖਰੀ ਕੈਟਾਗਰੀ ਹੈ। ਜੇ ਸਾਰੀ ਸੰਪਰਦਾਵਾਂ ਗਿਣੋ, ਲਗਭਗ ਅਜੋਕੇ ਸਮੇਂ ਵਿੱਚ 600-700 ਬਣਦੀਆਂ ਹਨ। ਅੱਜ ਤੋਂ 40 ਸਾਲ ਪਹਿਲਾਂ ਗਿਣਤੀ ਹੋਈ ਸੀ 480 ਦੇ ਨੇੜੇ ਸੀ। ਹੁਣ ਤਾਂ ਘਰ ਘਰ ਸੰਪਰਦਾਵਾਂ ਬਣ ਗਈਆਂ। ਇਹ 600-700 ਤੋਂ ਵੱਧ ਬਣ ਗਈਆਂ ਹਨ। ਉਹਨਾਂ ਵਿੱਚ ਮੁਖੀ ਕਿਹੜੇ ਸੀ? ਮੁਖੀ ਸੰਨਿਆਸੀ, ਜੋਗੀ, ਨਾਥ, ਸਰੇਵੜੇ, ਇਹ ਮੁਖੀ ਸੀ। ਗੁਰੂ ਨਾਨਕ ਪਾਤਸ਼ਾਹ ਵੇਲੇ ਸਭ ਤੋਂ ਜ਼ਿਆਦਾ ਪ੍ਰਭਾਵ ਇਹਨਾਂ ਦਾ ਸੀ। ਸਿੱਧਾਂ ਦਾ, ਨਾਥਾਂ ਦਾ, ਜੋਗੀਆਂ ਦਾ। ਕੰਨ ਪਾਟੇ ਜੋਗੀ ਇਹ ਜ਼ਿਆਦਾ ਹੁੰਦੇ, ਅੱਜ ਕੱਲ ਘਟ ਗਏ, ਪਰ ਪਹਿਲਾਂ ਜ਼ਿਆਦਾ। ਉਹਨਾਂ ਵਿੱਚ ਹੋਰ ਮੁਖੀ ਗੋਰਖਨਾਥ। ਗੋਰਖਨਾਥ ਗੁਰੂ ਨਾਨਕ ਮਹਾਰਾਜ ਦੀ ਮਹਿਮਾ ਨੂੰ ਜਾਣਦਾ ਸੀ। ਕਦੀ ਇਤਿਹਾਸ ਸੁਣੋ ਨਾਨਕ ਪ੍ਰਕਾਸ਼ ਗ੍ਰੰਥ ਦਾ, ਉੱਥੇ ਗੋਰਖਨਾਥ ਨੇ ਕਦੀ ਝਗੜਾ ਨਹੀਂ ਕੀਤਾ ਮਹਾਰਾਜ ਨਾਲ। ਹੋਰ ਸਿੱਧ ਆਉਂਦੇ ਰਹੇ, ਝਗੜਾ ਕਰਦੇ ਰਹੇ, ਵਿਵਾਦ ਕਰਦੇ ਰਹੇ, ਪਰ ਗੋਰਖਨਾਥ ਸਮਝਦਾ ਸੀ ਵੀ ਮੇਰੇ ਚੇਲਿਆਂ ਨੂੰ ਅਹੰਕਾਰ ਹੈ ਤੇ ਇਹਨਾਂ ਦਾ ਅਹੰਕਾਰ ਗੁਰੂ ਨਾਨਕ ਮਹਾਰਾਜ ਜੀ ਦੂਰ ਕਰਨਗੇ, ਮੈਂ ਨਹੀਂ ਕਰ ਸਕਦਾ। ਫਿਰ ਸਮਾਂ ਹੋਇਆ, ਗੋਰਖਨਾਥ ਇੱਕ ਦਿਨ ਬੈਠਾ ਕਿੱਥੇ, ਇੱਕ ਬਾਲ ਗੁੰਦਾਈ, ਉਹ ਵੀ ਇਹਨਾਂ ਦਾ ਵੱਡਾ ਡੇਰਾ ਹੈ। ਬਾਲ ਗੁਦਾਈ ਕਹਿਣ ਲੱਗਾ, ਗੋਰਖਨਾਥ ਤੂੰ ਬਣਾ ਬਿਰਕਤ ਮਹਾਤਮਾ ਬਣਿਆ ਫਿਰਦਾ ਹੈ, ਤੇਰਾ ਉਸਤਾਦ ਉਹ ਤਾਂ ਵਿਸ਼ੇ ਭੋਗ ਕਰ ਰਿਹਾ ਹੈ। ਗੋਰਖਨਾਥ ਨੂੰ ਗੱਲ ਅੰਦਰ ਵੱਜੀ ਕਿ ਮੇਰੇ ਉਸਤਾਦ ਦਾ ਇਹ ਹਾਲ ਹੈ। ਉਹਨੇ ਉਸ ਵੇਲੇ ਤਾਂ ਗੱਲ ਟਾਲ ਦਿੱਤੀ। ਫਿਰ ਗੋਰਖਨਾਥ ਕਿੱਥੇ ਗਿਆ? ਜਿੱਥੇ ਉਹਦਾ ਉਸਤਾਦ ਮਸ਼ਿੰਦਰਨਾਥ, ਜਿਹਦਾ ਨਾਮ ਅੱਜ ਦੇ ਪਾਵਨ ਸ਼ਬਦ ਵਿੱਚ ਆਇਆ ਹੈ, ਮਸ਼ਿੰਦਰਾ। ਮਸ਼ਿੰਦਰਨਾਥ ਇਹਦਾ ਉਸਤਾਦ ਸੀ, ਜੇ ਕਹਿ ਲਓ ਗੁਰੂ ਸੀ। ਜਿਸ ਤੋਂ ਸਿੱਖਿਆ ਲਵੋ, ਕੋਈ ਸਿੱਧੇ ਰਾਹ ਪਾਵੇ, ਉਹਨੂੰ ਗੁਰੂ ਕਹਿੰਦੇ ਆਮ ਤੌਰ ਤੇ। ਸਿੰਗਲਾ ਦੀਪ ਦਾ ਰਾਜਾ ਚੜ੍ਹਾਈ ਕਰ ਗਿਆ। ਉਹਦੇ ਰਾਜੇ ਦੇ ਸਰੀਰ ਵਿੱਚ ਪ੍ਰਵੇਸ਼ ਕਰਕੇ ਦੁਬਾਰਾ ਉਹਨੂੰ ਸੁਰਜੀਤ ਕੀਤਾ ਇਹਨੇ। ਉਹਦੀਆਂ ਅਨੇਕ ਰਾਣੀਆਂ, ਰਾਜ ਮਹਿਲ ਬਹੁਤ ਵੱਡਾ, ਤੇ ਉਸ ਰਾਜ ਮਹਿਲ ਵਿੱਚ ਮौज ਮਸਤੀ ਕਰਦਾ। ਤੇ ਉਹਨੇ ਐਲਾਨ ਕੀਤਾ ਕਿ ਮੇਰੇ ਰਾਗ ਕੋਈ ਕੰਨ ਪਾਟਾ ਜੋਗੀ ਨਾ ਜਾਵੇ। ਪਤਾ ਸੀ ਕਿ ਮੇਰੀ ਪਛਾਣ ਉਹ ਕਰ ਲੇਗਾ।
गोरखनाथ ने आना है ते मेरी पछाण कर लेगा। उन्हें ऐलान करता कि इस राज दरबार विच कोई कन पाटा जोगी ना आ जावे। चलो गोरखनाथ बड़ी तरतीब नाल पहुंच गया उत्थे। करनी वाला सिद्ध है खालसा जी, रिधियां सिद्धियां वाले एक मिनट विच पहुंच जाते हैं, उडारी मारते पहुंच जाते हैं। जो पहुंचे उत्थे ते अंदर जान ना देन, इन्हें सारी खबर प्राप्त की भी अंदर की हो रहा है। अंदर मुजरा हुंदा सी, ताल वजदे सन। इन्हें 6 महीने ला के उसे उस्ताद तो जोड़ी सीखी। एक दिन इहदा उस्ताद कहन लगा, बेटा तू जा अज राज दरबार विच जोड़ी वजा के आ। चलो इन्हें मौका मिल गया जान दा। इन्हें अपने कन टक ले, कन पाटे सन वो कन टक ले। सौखी जी गल कह लो, दस्तार सजा ली इन्हें भी। अखो सतनाम, इन्होंने भी दस्तार सजाई खालसा जी। कन ढक के दस्तार सजा के दरबार में जान लगा। हुण अंदर मशिंदर नाथ का दिल हिलन लगा। जदों कोई खालसा जी बुरा समा आवे ना, कुदरती अपने आप ही कह लो दिलों दे राह, दिलों दे राह वो पै ही जाते हैं। पूरा दिल कंबदा है जी, भावें है करनी वाला, पर अज पता लग गया भी दाल कुछ काला हो रहा है। ये पहुंचया, इन्हें अपनी अखा नीवी की हुई, उत्ते मूँह ना चुके, उनका ध्यान किसी होर पासे। ये हुण जाते सार इन्हें तबला बजाया, जोड़ी बजाई, ते जाते सार आप राग अलापिया। इन्हें जाग मशिंदरा जाग, जाग मशिंदरा जाग। समझ आ गई शिंदरनाथ नूं भी गोरखनाथ मेरा शागिर्द आ गया है। एक मिनट तो पहला पहला उन्हें शरीर छड़िया खालसा जी, शरीर छड़ के वो राजे दा चला गया अपने पहाड़ों वाल, सुमेर पर्वत वाल। उत्थे देखिया मिनट में राजा मर गया। उधर गोरखनाथ भी अलोप हो गया, वापस अपनी थां ते आ गए। गोरखनाथ कहने लगा, उस्ताद जी तुहानू मैं मत्था टेकदा हाँ, तुसीं ये काम कर दिओ। बड़ा शर्मिंदा होया। चलो समय बतीत होंदा गया। जदों गुरु नानक महाराज सुमेर पर्वत ते गए, उत्थे गोष्ठ हुई। जोगियां दी जितनी गोष्ठ है ज्यादातर रामकली राग विच ही है, क्योंकि रामकली राग जोगियां दा मुख राग है खालसा जी। ताही सिद्ध गोष्ठ इस बाणी विच है, इस राग विच है। रामकली की वार में जोगियां प्रथाए अनेक शब्द महाराज जी ने उच्चारण किए थे। ये भी शब्द गुरु नानक पातशाह जदों उत्थे पहुंचे, गोरखनाथ कहन लगा, गुरु नानक पातशाह जी मशिंदर नाथ मेरा गुरु है, उस्ताद है करनी वाला महाराज, पर कदी कदी भटक जाता है। इनू दसो महाराज, विरकत की हुंदा है? विरकत सामने मशिंदर नाथ भी अखा नीवी करके बह गया। कहने लगा, हाँ महाराज सानू अजे तक समझ नहीं आई विरकत किनू कहंदे हन। ते आओ विरकत की परिभाषा योग मत अनुसार नहीं, गुरमत अनुसार। योग मत वाले तो विआह नहीं कराउंदे, उन्होंने कहंदे विरकत। विरकत का अखरी अर्थ है वेरकत, जिदे अंदरों खून खत्म हो जावे उन्होंने कहंदे विरकत। खून केड़ा? विषय विकारां दा खून खत्म हो जावे, काम क्रोध दी बिरती खत्म हो जावे, उन्होंने कहंदे विरकत। दूजा अर्थ है विरकत
ਵਿਸ਼ੇਸ਼ ਰਕਤ ਸਹਿਤ ਬੇਵਿਸ਼ੇਸ਼ ਭਾਵ ਜਿਹੜਾ ਆਤਮ ਰਸ ਨੂੰ ਵਿਸ਼ੇਸ਼ ਰਕਤ ਨੂੰ ਪ੍ਰਾਪਤ ਕਰ ਲਵੇ ਉਹਨੂੰ ਕਹਿੰਦੇ ਬਰਕਤ। ਤੇ ਗੁਰੂ ਨਾਨਕ ਪਾਤਸ਼ਾਹ ਕੀ ਸਿੱਖਿਆ ਦੇ ਰਹੇ ਹਨ? ਪ੍ਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਅੱਜ ਅਸੀਂ ਘਰ ਘਰ ਗੋਰਖਨਾਥ ਹੈ ਖਾਲਸਾ ਜੀ। ਸੋ ਸਾਰੀ ਸੰਗਤਾਂ ਨਾ ਗੋਰਖਨਾਥ ਰੂਪ ਹੋ, ਮਹਾਤਮਾ ਹੋ, ਸਾਰੇ ਸੰਤ ਮਹਾਤਮਾ ਹੋ। ਤੇ ਸਾਨੂੰ ਮਹਾਰਾਜ ਅਸਲ ਗਿਆਨ ਦੀ, ਬਰਕਤ ਦੀ, ਯੋਗ ਦੀ ਸਿੱਖਿਆ ਦੇ ਰਹੇ ਹਨ ਵੀ ਜੁੜਨਾ ਕਿਵੇਂ ਹੈ ਪਰਮਾਤਮਾ ਨਾਲ। ਆਓ ਸਾਰੇ ਗੁਰੂ ਕੇ ਪਿਆਰੇ ਆਪਣੇ ਸੁਰਤੇ ਬਿਰਤੇ ਇਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਿਨਾਮ ਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ। ਗੁਰੂ ਨਾਨਕ ਮਹਾਰਾਜ ਜੀ ਰਾਮ ਕਲੀ ਰਾਗ ਵਿੱਚ ਇਹ ਪਾਵਨ ਸ਼ਬਦ ਮਹਾਰਾਜ ਉਚਾਰਨ ਕਰਦੇ ਹਨ। ਸੁਣ ਮਾਛਿੰਦਰਾ ਨਾਨਕ ਬੋਲਾ। ਐ ਮੇਰੇ ਮਨ, ਆਪਣੇ ਮਨ ਨੂੰ ਬਣਾਓ ਮਾਸ਼ਿੰਦਰ। ਅਸੀਂ ਜਦੋਂ ਵੀ ਅਟੈਕ ਕਰਦੇ ਆ ਨਾ, ਦੂਜੇ ਨੂੰ ਸੁਣਾ ਕੇ ਅਟੈਕ ਕਰਦੇ ਆ, ਇਹ ਨਿਸ਼ਾਨੀ ਹੈ ਮੱਧਮ ਪੁਰਸ਼ ਦੀ ਜਾਂ ਕਨਿਸ਼ਟ ਪੁਰਸ਼ ਦੀ। ਤਿੰਨ ਤਰ੍ਹਾਂ ਦੇ ਪੁਰਖ ਹੁੰਦੇ ਹਨ, ਉੱਤਮ, ਮੱਧਮ, ਕਨਿਸ਼ਟ। ਉੱਤਮ ਪੁਰਖ ਕਦੀ ਕਿਸੇ ਦੂਜੇ ਨੂੰ ਕੋਈ ਗੱਲ ਨਹੀਂ ਕਹਿੰਦਾ, ਉਹ ਆਪਣੇ ਆਪ ਤੇ ਗੱਲ ਲਗਾ ਕੇ ਕਹਿੰਦਾ ਹੈ। ਮੱਧਮ ਪੁਰਖ ਦੂਜੇ ਨੂੰ ਸਿੱਖਿਆ ਤੇ ਦਿੰਦਾ ਹੈ ਪਰ ਉਹਨੂੰ ਚੁਭੂ ਵੀ ਗੱਲ ਨਹੀਂ ਕਹਿੰਦਾ। ਕਨਿਸ਼ਟ ਪੁਰਖ ਜਿਹੜਾ ਨੀਚ ਹੈ, ਬੁਰਾ ਹੈ, ਉਹ ਦੂਜੇ ਨੂੰ ਚੁਭੂ ਵੀ ਗੱਲ ਕਹਿੰਦਾ ਹੈ। ਗੱਲ ਵੀ ਕਹਿਣੀ, ਸਿੱਖਿਆ ਵੀ ਨਹੀਂ ਦੇਣੀ ਨੂੰ, ਉਹਦਾ ਹਿਰਦਾ ਦੁਖਾਣਾ, ਉਹਨੂੰ ਕਹਿੰਦੇ ਕਨਿਸ਼ਟ ਪੁਰਸ਼। ਗੁਰੂ ਨਾਨਕ ਪਾਤਸ਼ਾਹ ਸਭ ਤੋਂ ਸ੍ਰੇਸ਼ਟ ਉੱਤਮ ਪੁਰਖ ਹਨ। ਉਹ ਆਪਣੇ ਮਨ ਨੂੰ ਸਿੱਖਿਆ ਦੇ ਰਹੇ। ਜਿਹੜਾ ਬਾਣੀ ਪੜ੍ਹੇਗਾ ਸੁਣੇਗਾ ਭਾਈ, ਆਪਣੇ ਮਨ ਨੂੰ ਕਹੇਗਾ ਐ ਮੇਰੇ ਮਨ ਮਸ਼ਿੰਦਰ, ਸੁਨ ਮਾਸ਼ਿੰਦਰਾ ਨਾਨਕ ਬੋਲੇ। ਗੁਰੂ ਨਾਨਕ ਪਾਤਸ਼ਾਹ ਮਸ਼ਿੰਦਰਨਾਥ ਜੋਗੀ ਨੂੰ, ਗੋਰਖਨਾਥ ਔਰ ਸਾਰੇ ਜੋਗੀਆਂ ਨੂੰ, ਇਹ ਸਾਡਾ ਮਨ ਵੀ ਜੋਗੀ ਜੁੜਨ ਵਾਲਾ ਹੈ। ਐ ਮੇਰੇ ਮਨਾ ਜੋਗੀਆ ਤੂੰ ਵੀ ਸੁਣ ਲੈ। ਵਸਗਤ ਪੰਚ ਕਰੇ ਨਹਿ ਡੋਲਾ। ਆਸ਼ਾ ਕਰੇ ਸੁਣੋ ਹੁਣ ਬਰਕਤ ਦੀ, ਗੁਰਮੁਖ ਦੀ, ਸੰਤ ਦੀ ਕੀ ਪਰਿਭਾਸ਼ਾ ਹੈ। ਸ਼ਬਦ ਵੱਖਰੇ ਵੱਖਰੇ ਹੋਣਗੇ ਪਰ ਸਭ ਦਾ ਜਿਹੜਾ ਮੇਨ ਅਰਥ ਇੱਕੋ ਹੀ ਹੈ। ਉਹਨੂੰ ਸੰਤ ਨੂੰ ਬਰਕਤ ਕਹਿ ਲੋ, ਗੁਰਮੁਖ ਰੱਬ ਦਾ ਪਿਆਰਾ ਕਹਿ ਲੋ, ਭਗਤ ਕਹਿ ਲੋ, ਇੱਕੋ ਹੀ ਹੈ। ਪਾਤਸ਼ਾਹ ਕਹਿੰਦੇ ਵਸਕਤ ਪੰਚ ਕਰੇ, ਪੰਜਾਂ ਨੂੰ ਕਾਬੂ ਚ ਰੱਖੇ। ਇੱਕ ਨਹੀਂ ਕਾਬੂ ਚ ਆਉਂਦਾ, ਪੰਜ ਕਿਵੇਂ ਆਉਣਗੇ? ਕੋਈ ਬੰਦਾ ਹੱਥ ਖੜਾ ਕਰਕੇ ਦੇ ਇੱਕ ਮੇਰੇ ਕਾਬੂ ਆ ਗਿਆ। ਇੱਕ ਵਿਕਾਰ ਨਹੀਂ ਕਾਬੂ ਚ ਆਉਂਦਾ ਤੇ ਅੱਗੇ ਦਾ ਤੁਰਨਾ ਹੀ ਬੜਾ ਹੋ ਰਿਹਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਨਹੀਂ ਕਾਬੂ ਚ ਆਉਂਦਾ। ਪੰਜ ਦੋਖ ਅਸਾਧ ਜਾ ਮਹਿ ਤਾਕੀ ਕੇਤਕ ਆਸ। ਅਸਾਧ ਜਿਹੜੇ ਸਾਧੇ ਨਹੀਂ ਜਾਂਦੇ, ਕਾਬੂ ਚ ਨਹੀਂ ਆਉਂਦੇ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਪੰਜ ਹਨ। ਪੰਜ ਨਾਮ ਹਨ ਪਰ ਪੰਜ ਕਹਿ ਲੋ ਵੱਡੇ ਥੰਬ ਹਨ। ਜੀਵਨ ਦੇ ਵਿੱਚ ਅੱਗੇ ਤੁਰਨ ਲਈ ਵੱਡੇ ਥੰਬ ਇਹ ਰੋਕ ਲੈਂਦੇ, ਨਾ ਵੀ ਅੱਗੇ ਨਹੀਂ ਜਾਣਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪਹਿਲਾਂ ਇਹਨਾਂ ਨੂੰ ਕਾਬੂ ਕਰ ਲਓ। ਜਿਹੜਾ
ਇੱਥੋਂ ਤੁਰਨਾ ਪਵੇਗਾ। ਜਿਹੜਾ ਇੱਥੋਂ ਦੇ ਅੱਗੇ ਤੁਰਿਆ ਉਹਨੇ ਅੱਗੇ ਕਿੱਥੇ ਪਹੁੰਚਣਾ ਹੈ। ਵਸਗਤ ਪੰਚ ਕਰੇ ਨਹਿ ਡੋਲੇ, ਡੋਲੇ ਨਾ। ਇਹਨੂੰ ਕਾਬੂ ਕਰਨ ਦਾ ਕੋਈ ਤਰੀਕਾ ਨਹੀਂ, ਕੇਵਲ ਅਰਦਾਸ ਤੇ ਬੰਦਗੀ ਤੋਂ ਬਿਨਾ। ਬਸ ਬੰਦਾ ਪੁੱਠੇ ਲਟਕ ਲਵੇ, ਜੋ ਮਰਜ਼ੀ ਕਰ ਲਵੇ, ਬਸ ਕੇਵਲ ਗੁਰੂ ਪਾਤਸ਼ਾਹ ਬਚਾ ਲੈਣ, ਹੋਰ ਕੋਈ ਤਰੀਕਾ ਨਹੀਂ ਹੈ ਭਾਈ। ਤੇ ਮਹਾਰਾਜ ਬਚਾਉਂਦੇ ਹਨ ਆਪਣੇ ਨਾਮ ਸਿਮਰਨ ਰਾਹੀਂ। ਵਾਹਿਗੁਰੂ 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 ਗੁਰੂ ਪਾਤਸ਼ਾਹ ਆਪਣਾ ਨਾਮ ਦੇ ਕੇ ਹਿਰਦੇ ਵਿੱਚ ਇਹ ਰਸ ਪੈਦਾ ਕਰਨ ਤੇ ਇਹਨਾਂ ਦਾ ਰਸ ਘੱਟ ਕਰ ਦੇਣ। ਬਸ ਰਸ ਹੀ ਹੈ। ਕਾਮ ਦਾ ਵੀ ਰਸ ਹੈ, ਕ੍ਰੋਧ ਦਾ ਵੀ ਰਸ ਹੈ, ਲੋਭ ਦਾ ਵੀ ਰਸ ਹੈ, ਮੋਹ ਦਾ ਵੀ ਰਸ ਹੈ ਤੇ ਅਹੰਕਾਰ ਵੀ ਰਸ ਹੈ। ਬਸ ਜਿੱਥੇ ਨਾਮ ਰਸ ਆ ਗਿਆ ਉਹਦੇ ਸਭ ਰਸ ਚਲੇ ਜਾਣੇ। ਰਾਮ ਰਸ ਪੀਆ ਰੇ, ਰਾਮ ਰਸ ਪੀਆ ਰੇ, ਰਸ ਪੀਆ ਰੇ, ਰਾਮ 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 ਰਸ ਪੀਆ ਰੇ। ਇਹ ਰਾਮ ਰਸ ਕਬੀਰ ਸਾਹਿਬ ਕਹਿੰਦੇ ਪੀਆ ਰੇ, ਪੀ ਲਿਆ। ਜਿਹ ਰਸ ਬਿਸਰ ਗਏ ਰਸ ਔਰ, ਬਾਕੀ ਸਾਰੇ ਰਸ ਭੁੱਲ ਗਏ। ਕਾਮ ਕ੍ਰੋਧ ਇਹ ਰਸ ਇਹ ਤਾਂ ਹੀ ਭੁੱਲਣਗੇ ਜੇ ਗੁਰੂ ਦੀ ਕਿਰਪਾ ਰਾਹੀਂ ਕੋਈ ਆਰਾਮ ਰਸ, ਆਤਮ ਰਸ ਨੂੰ ਪੀਵੇਗਾ, ਨਾਮ ਨੂੰ ਜਪੇਗਾ। ਵਸਕਤ ਪੰਚ ਕਰੇ, ਉਹਨੂੰ ਕਹਿੰਦੇ ਬਿਰਕਤ। ਬਿਰਕਤ ਜਿਹਦਾ ਖੂਨ ਇਹਨਾਂ ਪੰਜਾਂ ਤੋਂ ਉਲਟ ਹੋ ਜਾਵੇ। ਬੇਰਕਤ, ਰਕਤ ਦਾ ਅਰਥ ਖੂਨ। ਜਿਹਦੇ ਖੂਨ ਵਿੱਚ ਇਹਨਾਂ ਪੰਜਾਂ ਦਾ ਰਸ ਖਤਮ ਹੋ ਜਾਵੇ। ਰਸ ਹੁੰਦਾ ਹੀ ਹੈ ਖਾਲਸਾ ਜੀ। ਜੇ ਗੱਲ ਮੈਂ ਸਪਸ਼ਟ ਕਰਾਂ, ਬੁਰਾ ਨਾ ਮੰਨਣਾ, ਜਦੋਂ ਆਪਣਾ ਸਵਾਦ ਖਤਮ ਹੋ ਜਾਵੇ ਬੰਦੇ ਨੂੰ ਸਵਾਦ ਨਹੀਂ ਆਉਂਦਾ। ਢਿੱਡ ਭਰਿਆ ਹੋਵੇ ਸਵਾਦ ਨਹੀਂ ਆਉਂਦਾ, ਭੁੱਖ ਲੱਗੀ ਹੋਵੇ ਫਿਰ ਸਵਾਦ ਵੀ ਆਉਂਦਾ ਹੈ। ਜਦੋਂ ਆਪਣਾ ਸਵਾਦ ਖਤਮ ਹੋ ਜਾਵੇ ਉਦੋਂ ਅੱਗੇ ਸਵਾਦ ਆਉਣਾ ਬੰਦ ਹੋ ਜਾਂਦਾ ਹੈ। ਇਹੀ ਸਾਰੇ ਪੰਜਾਂ ਵੱਲ ਚੱਲਦਾ ਹੈ। ਬਾਕੀ ਆਪੇ ਸਮਝ ਗਏ ਹੋਣੇ, ਐਨੇ ਆਪ ਸਿਆਣੇ ਹੋ। ਇਸੇ ਤਰ੍ਹਾਂ ਖਾਲਸਾ ਜੀਓ, ਜਦੋਂ ਆਤਮ ਰਸ ਦਾ ਸਵਾਦ, ਆਪਣਾ ਸਵਾਦ ਆ ਜਾਵੇ ਫਿਰ ਪੰਜੋ ਦੇ ਸਵਾਦ ਖਤਮ ਹੋ ਜਾਂਦੇ ਹਨ। ਨਹੀਂ ਤਾਂ ਇੱਕ ਇੱਕ ਬੰਦੇ ਦੀ ਭੰਬੀਰੀਆਂ ਕਮਾ ਦਿੰਦਾ ਖਾਲਸਾ ਜੀ। ਉਹ ਲੋਮਸ ਰਿਸ਼ੀ ਵਰਗੇ ਡੁੱਬ ਗਏ, ਸਾਡੀ ਤਾਂ ਕੀ ਗਤੀ ਹੈ। ਇੰਦਰ ਵਰਗੇ ਡੋਲ ਗਏ, ਸੰਸਰ ਦਾਨ ਦੇ ਇੰਦਰ ਰਵਾਇਆ, ਚੰਦਰਮਾ ਵਰਗਾ ਡੋਲ ਗਿਆ, ਬੁੱਧ ਵਰਗੇ ਡੋਲ ਗਏ। ਅਸੀਂ ਤਾਂ ਕਹਿ ਦੋ ਕੁਛ ਵੀ ਨਹੀਂ, ਕੀੜੇ ਵੀ ਨਹੀਂ ਖਾਲਸਾ ਜੀ। ਪਾਤਸ਼ਾਹ ਕਹਿੰਦੇ ਮਸ਼ਿੰਦਰ ਜੀ, ਕਿੰਨਾ ਵੱਡਾ ਮਸ਼ਿੰਦਰ ਸੀ। ਗੋਰਖਨਾਥ ਦਾ ਗੁਰੂ, ਗੋਰਖਨਾਥ ਪਹੁੰਚਿਆ ਸਿੱਧ, ਉਹਦਾ ਨਾਮ ਅੱਜ ਵੀ ਖਾਲਸਾ ਜੀ ਦੁਨੀਆ ਲੈਂਦੀ ਹੈ। ਤੇ ਬਾਣੀ 'ਚ ਉਹਦਾ ਕਈ ਵਾਰ ਨਾਮ ਆਇਆ ਗੋਰਖ। ਉਹ ਭਲਾ ਪੁਰਸ਼ ਸੀ। ਪਾਤਸ਼ਾਹ ਕਹਿੰਦੇ ਮਸ਼ਿੰਦਰਾ, ਇਹ ਮਨ ਨੂੰ ਕਾਬੂ ਕਰ ਲੈ ਪਹਿਲਾਂ। ਵਸਕਤ ਪੰਚ ਕਰੇ ਨਹਿ ਡੋਲੇ, ਜਿਹੜਾ ਡੋਲੇ ਨਾ। ਐਸੀ ਜੁਗਤ ਜੋਗ ਕੋ ਪਾਲੇ। ਇਹ ਜੁਗਤ ਹੈ, ਪਹਿਲੀ ਜੁਗਤੀ ਜੋਗ ਦੀ ਇਹ ਹੈ। ਅੱਜ ਕੱਲ ਦੁਨੀਆ ਬਣਾਉਂਦੀ ਹੈ
ਯੋਗ ਦਿਵਸ ਬਣਾਇਆ, ਪਿੱਛੇ ਹਰ ਸਾਲ ਬਣਾਉਣ ਲੱਗ ਗਏ ਜੀ। ਅਸਲ ਯੋਗ ਇਹ ਬਣਾਓ, ਅਸਲ ਜੁੜਨਾ ਇਹ ਹੈ। ਲੋਕੀ ਐਵੇਂ ਖਾਲਸਾ ਉੱਤੇ ਥੱਲੇ ਕਰੀ ਜਾਂਦੇ, ਟਪੋਸੀਆਂ ਮਾਰੀ ਜਾਂਦੇ। ਪਾਤਸ਼ਾਹ ਕਹਿੰਦੇ ਅਸਲ ਜਿਹੜਾ ਸਾਹ ਉੱਤੇ ਥੱਲੇ ਕਰਨਾ ਹੈ ਨਾ, ਉਹ ਵਾਹਿਗੁਰੂ ਨਾਲ ਜੋੜੋ ਭਾਈ, ਰੱਬ ਦੇ ਨਾਮ ਨਾਲ ਜੋੜੋ। ਦੁਨੀਆ ਯੋਗ ਕਿਉਂ ਕਰਦੀ ਹੈ? ਇਹਦਾ ਵੀ ਕਾਰਨ ਹੈ, ਜੀਂਦੇ ਰਹਿਣ ਲਈ, ਰੱਬ ਨੂੰ ਯਾਦ ਕਰਨ ਲਈ ਨਹੀਂ ਧਿਆਨ ਰੱਖਣਾ। ਲੋਕੀ ਵਾਰਾਂਦਾਰੀ ਲਗਭਗ ਸਵੇਰੇ ਸੈਂਕੜੇ ਬੰਦੇ ਮਾਰਨਿੰਗ ਵਾਕ ਕਰਦੇ, ਜੋਗਿੰਗ ਕਰਦੇ, ਸਾਈਕਲਿੰਗ ਕਰਦੇ, ਕਿਸ ਲਈ ਕਰਦੇ? ਸਰੀਰ ਨੂੰ ਸਵਸਥ ਰੱਖਣ ਲਈ। ਉਹਨਾਂ ਚੋਂ ਇੱਕ ਅੱਧਾ ਹੋਵੇਗਾ ਜਿਹੜਾ ਸਿਮਰਨ ਭਜਨ ਨਾਲ ਕਰਦਾ ਹੋਵੇ, ਉਹ ਯੋਗ ਹੈ। ਯੋਗ ਦਾ ਕੰਮ ਸੀ ਲੋਕਾਂ ਨੇ ਬਣਾ ਲਿਆ ਆਪਣੇ ਜੀਵਨ ਨੂੰ, ਮੈਂ ਮਰਾਂ ਨਾ, ਮੇਰਾ ਸਰੀਰ ਠੀਕ ਰਹੇ, ਬਿਮਾਰੀਆਂ ਤੋਂ ਬਚ ਕੇ ਰਵਾਂ। ਰੱਬ ਨਾਲ ਜੋੜਨਾ ਨਹੀਂ ਮੰਨਿਆ ਲੋਕਾਂ ਨੇ। ਯੋਗ ਜੋੜਨਾ ਹੈ। ਅਸਲ ਸ਼ਬਦ ਹੈ ਯੁਜ, ਯੁਜ ਜੁੜਨਾ, ਉੱਥੋਂ ਬਣ ਗਿਆ ਯੋਗ। ਇਹ ਗ੍ਰੰਥ ਹੈ। ਚਿੱਤ ਬ੍ਰਿਤੀ ਨਿਰੋਧਾ ਇਤੀ ਯੋਗਾ। ਚਿੱਤ ਦੀਆਂ ਬ੍ਰਿਤੀਆਂ ਨੂੰ ਰੋਕ ਕੇ ਰੱਖਣਾ, ਇਹੀ ਯੋਗ ਹੈ, ਇਹੀ ਜੁੜਨਾ ਹੈ ਖਾਲਸਾ ਜੀ। ਇਹ ਗ੍ਰੰਥ ਦਾ ਨਾਮ ਹੈ ਯੋਗ ਵਸਿਸ਼ਠ। ਤੁਸੀਂ ਕਹੋਗੇ ਹਿੰਦੂ ਮਤ ਦੇ ਗ੍ਰੰਥ, ਜਦੋਂ ਸਿੱਖਿਆ ਮਿਲਦੀ ਉਹ ਲੈ ਲਓ, ਸਿੱਖਿਆ ਨੂੰ ਆਪਣੀ ਬਾਣੀ ਨਾਲ ਢੁਕਾ ਲਓ। ਉਹ ਬਾਣੀ ਨਾਲ ਖਾਲਸਾ ਜੀਓ ਸਾਨੂੰ ਸਮਝਾਉਂਦੀ ਹੈ ਕਿ ਚਿੱਤ ਦੀਆਂ ਬਿਰਤੀਆਂ ਨੂੰ ਰੋਕਣਾ ਹੀ ਪਾਤਸ਼ਾਹ ਕਹਿੰਦੇ ਰੋਗ ਹੈ। ਤੇ ਇੱਥੇ ਮਰ ਸੌਖਾ ਕਹਿ ਰਹੇ ਨੇ, ਉੱਥੇ ਔਖਾ ਦੱਸਿਆ ਸੰਸਕ੍ਰਿਤ ਵਿੱਚ, ਇਹ ਸੌਖਾ ਕਹਿੰਦੇ ਮਹਾਰਾਜ ਵਸਕਤ ਪੰਚ ਕਰੇ ਨਹੀਂ ਡੋਲੇ। ਸੌਖੀ ਚ ਸਾਰੀ ਸੰਗਤ ਨੂੰ ਸਮਝਾਤਾ ਮਹਾਰਾਜ ਜੀ ਨੇ ਕਿ ਜਿਹਦੀ ਮਨ ਦੀਆਂ ਬਿਰਤੀਆਂ ਟਿਕ ਜਾਣ, ਡੁਲਾਈ ਮਾਨ ਨਾ ਹੋਵੇ। ਅੱਖੋ ਸਤਨਾਮ ਵਾਹਿਗੁਰੂ। ਕਈ ਸਾਧਕਾਂ ਦਾ, ਕਈ ਗੁਰਮੁਖਾਂ ਦਾ ਮਨ ਟਿਕ ਜਾਂਦਾ ਹੈ, ਫਿਰ ਡੋਲਦਾ ਹੈ, ਫਿਰ ਟਿਕਦਾ ਹੈ, ਫਿਰ ਡੋਲਦਾ ਹੈ। ਇਹਦਾ ਕੀ ਕਾਰਨ ਹੁੰਦਾ ਹੈ? ਰੱਬ ਪਰਖ ਲੈਂਦਾ ਹੈ, ਪੱਕਾ ਹੈ, ਡਾਮਾ ਡੋਲਤਾ ਨਹੀਂ ਹੁੰਦਾ। ਤੇ ਭਾਈ ਬਾਰ-ਬਾਰ ਇਹਦੇ ਲਈ ਅਰਦਾਸ ਹੀ ਕਰੇ, ਰੱਬ ਜੀ ਬਚਾ ਕੇ ਰੱਖਣਾ, ਮੇਰੇ ਵੱਸ ਨਹੀਂ ਹੋਣਾ, ਅਸੀਂ ਤਾਂ ਡੋਲਣ ਵਾਲੇ ਹਾਂ। ਨਹ ਡੋਲੇ, ਉਹ ਨਹ ਡੋਲਣ ਲਈ ਅਰਦਾਸ ਕਰੇ। ਐਸੀ ਜੁਗਤ ਜੋਗ ਕੋ ਪਾਲੇ। ਇਹ ਜੁਗਤ ਹੈ ਜੋਗ ਨੂੰ ਪਾਲਣ ਦੀ। ਮਸ਼ਿੰਦਰ ਜੀ, ਮੇਰੇ ਮਨ ਜੀ, ਇਹਨੂੰ ਸੁਣ ਲਵੋ। ਆਪ ਤਰੈ ਸਗਲੇ ਕੁਲ ਤਾਰੇ। ਉਹ ਰੱਬ ਦਾ ਪਿਆਰਾ ਜੋਗੀ ਹੈ, ਉਹਨੂੰ ਗੁਰਮੁਖ ਜੋਗੀ ਆਖਦੇ ਖਾਲਸਾ ਜੀ, ਗੁਰਸਿੱਖ ਜੋਗੀ ਆਖਦੇ। ਆਪ ਤਰੈ, ਆਪ ਤਾਂ ਤਰਦਾ ਹੈ, ਸਗਲੇ ਕੁਲ ਤਾਰੇ, ਆਪਣੇ ਕੁਲਾਂ ਦਾ ਵੀ ਬੇੜਾ ਪਾਰ ਕਰਦਾ ਹੈ। ਆਖੋ ਸਤਨਾਮ ਵਾਹਿਗੁਰੂ। ਕਈਆਂ ਨੇ ਇੱਕ ਪ੍ਰਸ਼ਨ ਪੁੱਛਿਆ ਸੀ, ਲਗਭਗ 4-5 ਮਹੀਨੇ ਹੋ ਗਏ, ਪਤਾ ਕਹਿੰਦੇ ਜਿਹੜਾ ਬੰਦਾ ਆਪ ਤਾਂ ਚਲੋ ਭਜਨੀਕ ਹੈ, ਆਪ ਤਾਂ ਤਰ ਜੇਗਾ, ਜੇ ਉਹਦੇ ਘਰ ਵਿੱਚ ਕੋਈ ਵਿਸ਼ਈ ਪੁਰਸ਼ ਹੈ, ਨਸ਼ਈ ਹੈ, ਮਨਮੁਖ ਹੈ, ਉਹ ਕਿਵੇਂ ਤਰਨਗੇ ਜੀ? ਪਾਤਸ਼ਾਹ ਕਹਿੰਦੇ ਆਪ ਤਰੈ ਸਗਲੇ ਕੁਲ ਤਾਰੇ। ਬਾਣੀ ਦਾ ਤੇ ਉਹ ਹੈ ਨਾ ਵੀ ਜਿਹੜਾ ਨਾਮ ਜਪੇਗਾ, ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਕੁਜਲੇ ਕੀਤੀ ਛੁੱਟੀ ਨਾਲ। ਇਹ ਵੀ ਦੇਖੋ, ਇੱਕ ਪਾਸੇ ਕਹਿੰਦੇ ਜੇ ਕੋ ਖਾਵੇ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੂ, ਇੱਥੇ ਫਿਰ ਉਲਟਾ ਹੋ ਗਿਆ। ਜਿਹੜਾ ਭੋਜਨ ਖਾਵੇਗਾ ਉਹਦਾ ਉਧਾਰ ਹੋਵੇਗਾ। ਉਹਦੇ ਨਾਲ ਬੈਠਣ ਵਾਲੇ ਜਿਹੜੇ ਸੰਗੀ ਸਾਥੀ, ਪਰਿਵਾਰ ਦੇ ਜੀਅ, ਜਿਨ੍ਹਾਂ ਨਾਲ ਸੰਬੰਧ ਜੁੜਿਆ ਉਹਨਾਂ ਦਾ, ਉਹਨਾਂ ਵਿੱਚ ਵੀ ਉਹ ਨਾਮ ਦਾ ਰਸ ਥੋੜਾ ਥੋੜਾ ਜਾਵੇਗਾ। ਇਹ ਇਸ ਵਾਰੀ ਨਹੀਂ ਗਿਆ ਤੇ ਅਗਲੀ ਵਾਰੀ ਉਹ ਫਿਰ ਗੁਰਮੁਖਾਂ ਦੇ ਘਰ ਜਨਮ ਲੈਣਗੇ। ਜਿਹੜਾ
ਪਰਿਵਾਰ ਦਾ ਖੂਨ ਦਾ ਸੰਬੰਧ ਹੈ, ਸੰਗਤ ਦਾ ਸੰਬੰਧ ਹੈ, ਘਰ 'ਚ ਰਹਿਣ ਦਾ ਸੰਬੰਧ ਹੈ, ਉਹ ਸੰਗਤਾ ਮਿਲੇਗਾ ਨਾ। ਸੰਗਤਾ ਜਿਹੜਾ ਕਹਿ ਲਓ ਉਹਦਾ ਭਾਵ ਅਰ ਸਮਝ ਆਵੇਗਾ, ਉਹ ਫਿਰ ਕਈ ਵਾਰੀ ਅਗਲੇ ਜਨਮ ਵਿੱਚ ਸਹੀ ਜਾਂ ਅਖੀਰ ਤੇ ਉਹਨੂੰ ਯਾਦ ਆ ਜਾਂਦਾ ਕਿ ਮੇਰਾ ਫਲਾਣਾ ਹਿੱਸੇਦਾਰ ਭਜਨੀਕ ਸੀ। ਇਹ ਤਾਂ ਫਿਰ ਅਗਲੇ ਜਨਮ ਵਿੱਚ ਉਹਨੂੰ ਫਿਰ ਗੁਰਮੁਖਾਂ ਦਾ ਸੰਬੰਧ ਫਿਰ ਆਪਣੇ ਆਪ ਤਰਨਾ ਸ਼ੁਰੂ ਹੋ ਜਾਂਦਾ ਹੈ। ਪਾਸ਼ਾ ਕਹਿੰਦੇ ਤਰ ਜਾਂਦਾ ਹੈ। ਤੇ ਮੁੱਕਦੀ ਗੱਲ ਇਹ ਹੈ ਭਾਈ, ਉਹ ਗੁਰੂ ਕੇ ਪਿਆਰੇ ਰੱਬ ਰੂਪ ਬਣ ਜਾਂਦੇ, ਰੱਬ ਰੂਪ ਬਣ ਕੇ ਸਭ ਤੇ ਕਿਰਪਾ ਕਰਕੇ ਸਭ ਨੂੰ ਉਤਾਰ ਲੈਂਦੇ। ਬਸ ਜਦੋਂ ਰੱਬ ਰੂਪ ਬਣ ਗਿਆ, ਬ੍ਰਹਮ ਗਿਆਨੀ ਬਣ ਗਿਆ, ਤੇ ਬ੍ਰਹਮ ਗਿਆਨੀ ਸਭ ਨੂੰ ਉਤਾਰ ਲੈਂਦਾ। ਕਹਿੰਦਾ ਚਲੋ ਭਾਈ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਆਪ ਤਰੈ ਸਗਲੇ ਕੁਲ ਤਾਰੇ। ਉਹ ਸਾਰੇ ਕੁਲਾਂ ਦਾ ਵੀ ਬੇੜਾ ਪਾਰ ਕਰਦਾ ਹੈ। ਪ੍ਰਹਲਾਦ ਜਨ ਕੇ ਹਰ ਜਿਉ 21 ਕੁਲ ਉਧਾਰੇ। 7 ਨਾਨਕਿਆਂ ਦੀਆਂ ਕੁਲਾਂ, 7 ਦਾਦਕਿਆਂ ਦੀਆਂ ਤੇ 7 ਸਹੁਰੇ ਪਰਿਵਾਰ ਦੀਆਂ, ਇਹ 21 ਕੁਲਾਂ ਦਾ ਬੇੜਾ ਪਾਰ ਹੁੰਦਾ ਹੈ। ਸੋ ਅਤੂਤ ਐਸੀ ਮਤ ਪਾਵੈ। ਉਹ ਅਸਲ ਜੋਗੀ ਹੈ, ਅਤੂਤ, ਜਿਹੜਾ ਆਪਣੇ ਹਿਰਦੇ ਨੂੰ ਡੁਲਾਵੇ ਨਾ, ਟਿਕਾ ਕੇ ਰੱਖੇ। ਸੋ ਅਤੂਤ, ਉਹ ਅਤੂਤ ਹੈ। ਐਸੀ ਮਤ ਪਾਵੈ, ਉਹ ਇਸ ਤਰ੍ਹਾਂ ਦੀ ਮਤ ਨੂੰ ਗ੍ਰਹਿਣ ਕਰੇ। ਅਹਨਿਸ ਸੁਨ ਸਮਾਦ ਸਮਾਵੈ। ਦਿਨ ਰਾਤ ਅਹਨਿਸ ਸੁਨ ਸਮਾਦ। ਸਮਾਧੀ ਵੀ ਕਈ ਤਰ੍ਹਾਂ ਦੀ ਹੈ। ਸੁਨ ਜ਼ੀਰੋ, ਜ਼ੀਰੋ 'ਚ ਕੀ ਹੁੰਦਾ? ਕੁਛ ਨਹੀਂ। 50 ਜ਼ੀਰੋ ਲਾ ਲਓ, ਜ਼ੀਰੋ ਰਹੇਗੀ ਜੀ। ਦੂਜੀ ਗੱਲ, ਕਿਸੇ ਨੇ ਆਪਰੇਸ਼ਨ ਕਰਵਾਉਣਾ ਹੈ ਹੱਥ ਦਾ, ਤੇ ਉੱਥੇ ਟੀਕਾ ਲਗਾਉਂਦੇ, ਇੰਜੈਕਸ਼ਨ ਲਗਾਉਂਦੇ, ਹੱਥ ਸੁੰਨ ਹੋ ਗਿਆ, ਉਹਨੂੰ ਚੀਰ ਫਾੜ ਕਰੋ, ਜੋ ਮਰਜ਼ੀ ਕਰੋ, ਕੋਈ ਦਰਦ ਨਹੀਂ। ਸੁੰਨ ਉਹ ਅਵਸਥਾ ਹੈ, ਇੱਥੇ ਅਵਸਥਾ ਕਹਿੰਦੇ, ਉਹ ਅਵਸਥਾ ਜਿੱਥੇ ਕੋਈ ਫੁਰਨਾ ਨਹੀਂ ਫੁਰਦਾ। ਬੰਦਾ ਕੰਮ ਕਾਜ ਕਰਦਾ ਹੈ, ਉਹਨੂੰ ਫੁਰਨਾ ਨਹੀਂ ਤੰਗ ਕਰਦਾ, ਨਾ ਸੰਕਲਪ ਨਾ ਵਿਕਲਪ, ਨਾ ਚੰਗਾ ਖਿਆਲ ਨਾ ਬੁਰਾ ਖਿਆਲ। ਉਹਨੂੰ ਕਹਿੰਦੇ ਅਫੁਰ ਅਵਸਥਾ। ਤੇ ਅਫੁਰ ਅਵਸਥਾ ਕੀ ਹੈ? ਉਹ ਭਾਵੇਂ ਪ੍ਰਸ਼ਾਦਾ ਛਕਣ ਭਾਈ ਰਾਮ ਕੌਰ ਜੀ ਵਾਂਗ, ਬਾਬਾ ਬੁੱਢਾ ਸਾਹਿਬ ਦੀ ਅੰਸ-ਪੰਸ, ਭਾਵੇਂ ਉਹ ਸੈਰ ਕਰਦੇ ਹੋਣ, ਉਹ ਜੁੜੇ ਰਹਿੰਦੇ ਹਨ। ਉਹਨਾਂ ਸਾਹਮਣੇ ਕਈ ਬੰਦੇ ਆਣ, ਕਈ ਜਾਣ, ਉਹਨਾਂ ਦਾ ਧਿਆਨ ਫਿਰ ਵੀ ਅਕਾਲ ਪੁਰਖ ਵਿੱਚ ਰਹਿੰਦਾ। ਇਹਨੇ ਸੁਨ ਸਮਾਧ ਲਗਾਵੇ, ਉਹ ਸਮਾਧੀ ਲੱਗੀ ਰਹਿੰਦੀ, ਸੁਨ ਸ਼ੂਨਯ ਵਾਲੀ, ਜਿੱਥੇ ਕੋਈ ਸੰਕਲਪ ਵਿਕਲਪ ਨਹੀਂ ਆਉਂਦਾ, ਉਹ ਜੁੜੇ ਰਹਿੰਦੇ ਹਨ। ਐ ਮਨਾ, ਇਹ ਯੋਗ ਹੈ। ਹੁਣ ਸਮਾਧੀ ਵੀ ਕਿਵੇਂ? ਸਮਾਧੀ ਵੀ ਉਹ ਵੀ ਜੁੜੇ ਰਹਿਣ ਦੀ ਸਮਾਧੀ, ਭਾਵੇਂ ਅੱਖਾਂ ਖੁੱਲੀਆਂ ਭਾਵੇਂ ਬੰਦ। ਵਾਹਿਗੁਰੂ 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 ਅਸਲ ਗੁਰੂ ਦੀ ਕਿਰਪਾ ਸਦਕਾ ਇਸ ਮਤੀ ਲੱਗਦੀ ਭਾਈ। ਉਹ ਜਿਹੜਾ ਦਿਨ ਰਾਤ ਜਪੇਗਾ ਨਾ, ਅਹਨਿਸ, ਦਿਨ ਰਾਤ ਜਪ ਕੇ ਹੀ ਉਹਦੀ ਸਮਾਧੀ ਜੁੜਦੀ ਹੈ ਭਾਈ। ਇਹ ਜਿਹੜੀ ਸਹਿਜ ਸਮਾਧ ਲੱਗੀ ਲਿਵ ਅੰਤਰ, ਸੋ ਰਸ ਸੋਈ ਜਾਣੈ ਜੀਓ। ਉਹ ਸਹਿਜ ਸਮਾਧੀ ਫਿਰ ਆਪਣੇ ਆਪ ਹੀ ਲੱਗ ਜਾਂਦੀ ਹੈ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਅਗਾਹ ਫਰਮਾਨ ਕਰਦੇ ਹਨ। ਭਿਖਿਆ ਭਾਏ ਭਗਤ ਭੈ ਚੱਲਾ। ਪਾਤਸ਼ਾਹ ਕਹਿੰਦੇ ਬਰਕਤ ਹੋ, ਬਰਕਤ ਕਿਸੇ ਵੱਲ ਹੱਥ ਨਾ ਅੱਡੇ। ਤੁਸੀਂ ਭਿਖਿਆ ਮੰਗਦੇ ਹੋ ਦਰ ਦਰ ਤੇ ਜਾ ਕੇ,
ਤੁਹਾਡੀ ਭੀਖਿਆ ਇਹ ਹੋਣੀ ਚਾਹੀਦੀ ਹੈ, ਭੀਖਿਆ ਭਾਏ ਭਗਤੀ ਭੈ ਚੱਲੈ। ਰੱਬ ਦੇ ਭੈ ਵਿੱਚ ਰਹਿ ਕੇ ਪ੍ਰੇਮਾ ਭਗਤੀ ਕਰਨੀ, ਇਹ ਪ੍ਰੀਖਿਆ ਹੈ ਤੁਹਾਡੀ। ਡਰ ਵਿੱਚ ਰਹਿਣਾ ਰੱਬ ਦੇ, ਭਗਤੀ ਕਰਦਿਆਂ ਵੀ ਫਿਰ ਵੀ ਡਰ ਰੱਖਣਾ ਖਾਲਸਾ ਜੀ। ਭਗਤੀ ਕਰਦਿਆਂ ਵੀ ਬੰਦਾ ਡੋਲ ਜਾਂਦਾ ਹੈ, ਮਨ ਹੈ ਨਾ, ਧਿਆਨ ਰੱਖੀਏ। ਅਜਿਹੇ ਸੋ ਨਾਉ ਸਮੁੰਦਰ ਮੈਂ, ਕਿਆ ਜਾਨੋ ਕਿਆ ਹੋਏ। ਬਾਬਾ ਫਰੀਦ ਜੀ, ਅਜੋ ਸੋ ਨਾਉ ਸਮੁੰਦਰ ਮੈਂ, ਸਮੁੰਦਰ ਵਿੱਚ ਨਾਵ ਚੱਲਦੀ ਹੋਵੇ, ਕਦੋਂ ਕੀ ਆ ਜਾਵੇ, ਕਦੋਂ ਲਹਿਰਾਂ ਉਲਟੀਆਂ ਆ ਜਾਣ, ਕਦੋਂ ਹਨੇਰੀ ਤੂਫਾਨ ਆ ਜਾਵੇ, ਇਹ ਦੁਨੀਆ ਵਿੱਚ ਰਹਿ ਰਹੇ ਹਾਂ, ਕਦੋਂ ਕੀ ਹੋ ਜਾਵੇ ਕਿਸੇ ਨੂੰ ਪਤਾ ਨਹੀਂ। ਇਸ ਕਰਕੇ ਭਗਤੀ ਕਰਦਿਆਂ ਵੀ ਰੱਬ ਦੇ ਨਿਰਮਲ ਭੈ ਵਿੱਚ ਰਹਿਣਾ। ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ, ਸੁਆਮੀ ਸਰਬ ਰਹਾ ਭਰਪੂਰੇ। ਨਿਰਮਲ ਭੈ ਚ ਰਹਿਣਾ, ਸ਼ੁੱਧ ਭੈ, ਰੱਬ ਦਾ ਭੈ। ਭਗਤੀ ਵੀ ਕਰਨੀ, ਰੱਬ ਜੀ ਬਚਾ ਕੇ ਰੱਖਣਾ, ਨਾਲ ਨਾਲ ਭਗਤੀ ਵੀ, ਜਪਦਿਆਂ ਵੀ ਨਾਲ ਅੰਦਰ ਅਰਦਾਸ ਹੁੰਦੀ ਉਹਨਾਂ ਦੇ। ਕੋਈ ਸਾਧਕ ਪੁਰਸ਼ ਜਦੋਂ ਜਪਦਾ ਵੀ ਹੋਵੇ ਨਾ, ਉਹਦੇ ਸਵਾਸ ਸਿਮਰਨ ਵਿੱਚ ਸੁਰਤੀ ਰਾਹੀਂ ਅਰਦਾਸ, ਰੱਬ ਜੀ ਅੱਗੇ ਤੋਰੋ, ਅੱਗੇ ਤੋਰੋ ਮਹਾਰਾਜ, ਉਹ ਕਿੰਨਾ ਰੱਖਣਾ ਇੱਥੇ। ਭੀਖਿਆ ਭਾਏ, ਇਹ ਭੀਖਿਆ ਲੈਣੀ। ਦੇਖੋ ਭੀਖਿਆ ਕੀ, ਮੰਗਣਾ ਕੁਛ, ਰੱਬ ਤੋਂ ਮੰਗਣਾ ਇਹੀ ਹੈ, ਰੱਬ ਜੀ ਦੇਹ ਨਾਮ ਸੰਤੋਖੀਆ, ਦੇਹ ਨਾਮ ਸੰਤੋਖੀਆ, ਨਾਮ ਸੰਤੋਖੀਆ, ਦੇਹ ਨਾਮ ਸੰਤੋਖੀਆ, ਦੇਹ ਨਾਮ ਸੰਤੋਖੀਆ, ਦੇਹ ਨਾਮ ਸੰਤੋਖੀਆ, ਨਾਮ ਸੰਤੋਖੀਆ, ਦੇਹ ਨਾਮ ਸੰਤੋਖੀਆ। ਭਗਤੀ ਕਰਦੇ ਵੀ ਫਿਰ ਮੰਗੀ ਜਾਣਾ, ਰੱਬ ਜੀ ਕਰਾਈ ਜਾਣਾ ਭਗਤੀ। ਭਗਤੀ ਭਾਏ, ਉਹਦਾ ਇਹ ਖਾਲਸਾ ਭੀਖਿਆ, ਉਹਦੀ ਭਿਕਸ਼ਾ ਹੈ, ਮੰਗਣਾ ਇਹ ਹੈ ਖਾਲਸਾ ਜੀ। ਇੱਥੇ ਵਚਨ ਹੈ, ਬਾਦਸ਼ਾਹ ਕਹਿੰਦੇ ਭੀਖਿਆ ਭਾਏ, ਭਾਏ ਕਹਿੰਦੇ ਪ੍ਰੇਮਾ ਭਗਤੀ। ਭਗਤੀ ਇਕੱਠਾ ਸ਼ਬਦ ਹੈ, ਭਾਏ ਭਗਤੀ, ਪ੍ਰੇਮਾ ਸਭ ਤੋਂ ਉੱਚੀ ਪ੍ਰੇਮ ਦੀ ਭਗਤੀ, ਜਿਹਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਖਿਆ ਹੈ, ਸਾਚ ਕਹੋ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅਸੀਂ ਕੇਵਲ ਇਹ ਪੜ੍ਹਦੇ ਹਾਂ। ਦਸਮ ਗ੍ਰੰਥ ਸਾਹਿਬ ਵਿੱਚ ਅਕਾਲ ਉਸਤਤ ਸਾਹਿਬ ਦੀ ਬਾਣੀ, ਇਹ ਕਵਿਤ ਹੈ। 20 ਕਵਿਤਾਂ ਚ ਪਾਤਸ਼ਾਹ ਨੇ ਇਹੀ ਦਰਸਾਇਆ ਹੈ, ਪ੍ਰੇਮ ਦੀ ਭਗਤੀ। ਪਾਤਸ਼ਾਹ ਕਹਿੰਦੇ ਘੁੱਗੂ ਮਟ ਹਾਸੀ ਲੱਗ ਡੋਲਤ, ਉਦਾ ਸਿੰਬਰਿਕ ਤਰਵਰ ਸਦੀ, ਮੋਹਨ ਸਾਦਈ ਮਰਤ ਹੈ, ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ, ਇੱਕ ਗਿਆਨ ਕੇ ਬਹੀਨ ਜਗ ਜਾ ਰਹੀ ਮਰਤ ਹੈ। ਉੱਥੇ ਬਾਦਸ਼ਾਹ ਕਹਿੰਦੇ ਇਤਨੇ ਹੋਏ, ਜੇ ਕਹਿ ਲੋ ਨੰਗੇ ਰਹਿ ਕੇ ਸਾਨੂੰ ਰੱਬ ਦੀ ਪ੍ਰਾਪਤੀ ਹੋ ਜਾਵੇ, ਤਾਂ ਬੰਦਰ ਨੰਗੇ ਰਹਿੰਦੇ ਖਾਲਸਾ ਜੀ। ਪਾਤਸ਼ਾਹ ਕਹਿੰਦੇ ਬਿਨਾਂ ਰੱਬ ਦੀ ਪ੍ਰੇਮਾ ਭਗਤੀ ਤੋਂ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹੈ, ਉਹੀ ਤਾਂ ਗੁਰੂ ਗ੍ਰੰਥ ਸਾਹਿਬ ਜਾ ਕੇ ਹੈ। ਇੱਕੋ ਸ੍ਰੀ ਦਸਮ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਉਹੀ ਬਾਣੀ ਹੈ। ਉਹ ਵੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੇ ਮਹਾਰਾਜ ਕੋਈ ਹੋਰ ਗੁਜਨ, ਇੱਕੋ ਹੀ ਹੈ ਨਾ। ਇਸ ਕਰਕੇ ਸਿਧਾਂਤ ਇੱਕੋ ਹੀ ਹੈ, ਆਤਮ ਰਸ ਇੱਕੋ ਹੀ ਹੈ, ਪ੍ਰੇਮ ਤਾਂ ਇੱਕੋ ਹੀ ਹੈ। ਪ੍ਰੇਮ ਦੀ ਕੋਈ ਦੂਜੀ ਪਰਿਭਾਸ਼ਾ ਨਹੀਂ ਹੋ ਸਕਦੀ। ਇਹ ਤਾਂ ਕਹੀ ਨਾ ਜਾਣ ਹੈ। ਪ੍ਰੇਮ ਬਾਰੇ ਕੀ ਆਖੋਗੇ ਵੀ ਕੀ ਜਾਣੋਗੇ? ਪ੍ਰੇਮ ਕੀ ਹੁੰਦਾ ਹੈ? ਕੁਛ ਨਹੀਂ ਕਿਹਾ ਜਾਣਾ। ਇਹਦਾ ਅੰਦਰੋਂ ਬਲਬਲਾ ਪੈਦਾ ਹੁੰਦਾ ਹੈ। ਕਿਸੇ ਮਾਂ ਨੂੰ ਜਾ ਕੇ ਪੁੱਛਣਾ, ਦੱਸ ਮਾਂ ਪ੍ਰੇਮ ਕੀ ਹੁੰਦਾ ਹੈ, ਕਰੇਗੀ ਪਰ ਦੱਸ ਨਹੀਂ ਸਕਦੀ ਇਹਦਾ ਭਾਵ ਕੀ ਹੈ। ਸ਼ਬਦਾਂ 'ਚ ਕੋਈ ਐਸੀ ਭਾਵਨਾ ਬਿਆਨ ਨਹੀਂ ਹੋ ਸਕਦੀ, ਧਿਆਨ ਰੱਖਣਾ। ਸਾਡੇ ਸ਼ਬਦ ਤੁਸੀਂ ਕੀ ਦੱਸੋਗੇ ਵੀ ਆਤਮ ਰਸ ਕੀ ਹੁੰਦਾ? ਚਲੋ ਪ੍ਰੇਮ ਕੀ ਹੁੰਦਾ ਬਿਆਨ ਕਰ ਲੋਗੇ ਸ਼ਬਦਾਂ 'ਚ? ਹੋ ਹੀ ਨਹੀਂ ਸਕਦਾ।
थोड़ा बहुता बयान करोगे भी गूंगा गुड़ खाया पूछे ते क्या कही है, वो गूंगे का गुड़ का स्वाद की आया, की कहोगे, नहीं कह सकते। भीखिया भाए भगति भै चलै, प्रेमा भगती करदे होए भी वो रब दा प्यारा रब दे निर्मल पैज तुरी जावे। रब जी बचा के रखना महाराज, रहमत रखना पातशाह, अपना सिमरन कराई जाना। होवै सुतृप्त संतोख अमुल्लै, पातशाह करे ता रजेगा देह नाम संतोखिया उतरै मन की भुख। होवै सो तृप्त वो ता रजेगा। संतोख अमुल्लै भाई, जिहड़ा संतोख बड़ा अमोलक है, कीमती है। संतोख की चीज है, दो तरह का है। कुछ मिल गया गुजारा करना, एक गुजारा ही संतोख है ना। कुछ ना भी मिलिया तो भी गुजारा कर लेना, सौखी जी भाषा भी। कई बारी बंदे नु चलो 500 चाहिए, उन्होंने 200 मिल गया, कहने चलो गुजारा, कहते लंघ जाएगा टाइम, यही होंगे। जे वो भी ना मिलिया कहना चलो टाइम लंघा लांगा, दावा डोल ना हो कि मिलिया नहीं, ये संतोख है। पातशाह कहते जिथों प्रसादा मिल गया, एक मिलिया भला, नहीं मिलिया ते भला सी, चलो। इसे तरह जोगी बिरकत महात्मा गुरमुख जन होवै सो तृप्त संतोख अमुल्लै। वो रब दे प्यारे हमेशा रजे रहंदे हन। नाम दा संतोख उन्हां दे कोल रहिंदा है, बिना संतोख नहीं को राजै। ते संतोख किवें आउणा है, वो नाम सदका ही आउंदा है कि रब जी तुसी सानू रजाओ जी। ध्यान रूप होए आसन पावा, ते जोगी जी खालसा जी आसन लगा के बहंदे न। ते आसन क्यों लगाउने, असीं बैठे हैं, ये आसन है ना। कोई पद्मा आसन है, कोई सिंहासन है, कोई मच्छी वर्गा आसन है, कोई कैसा आसन है, कोई गरुड़ आसन है, वख-वख आसन, 84 तरह के आसन हैं। ते आसन लगान दा असल भाव सी ध्यान लगाना, बस यही सी। कोई बंदा बैठा चौकड़ी मार के, सब तो सौखा बहना, वधिया बहना चौकड़ी मार के सीधा होके बहना, रीढ़ दी हड्डी। ढिले बैठोगे तो नींद आनी आनी है। बाबा जी कहते नींद बड़ी दबांदे जी, वो सिमरन नाल नींद ही आनी। ढिले बैठोगे तो गज के बैठोगे तो नींद नहीं आउंदी खालसा जी। नींद भी क्यों आउंदी है, इसदा कारण है जदों मन दियां बिरतियां, संसारिक बिरतियां, विषय विकारी बिरतियां जागृत रहिंदियां, उदों दुनियावी नींद वो बंदा सौंदा नहीं। उदों कहंदा चलो भजदा मन, दौड़दा भी, ये काम करा वो काम करा। जदों वो बिरतियां, संसारिक बिरतियां सौंदियां हन, सिमरन नाल ही बंदा जागना शुरू होंदा है, ते बंदे नूं नींद आनी शुरू हो जाती है। उधरों ध्यान कट गया, जो उधरों ध्यान कटेगा सुस्सी पवेगी तो वह नींद कह लो आनी शुरू हो जाती है, तो इधरों जागना शुरू हो जाता है। नींद आनी चंगी है, भाव कहण दा रब दी संगत बैठ के भी इधरों आत्म रस वालों बंदा जागना शुरू हो जाता है। तो ध्यान ये भी रखना, संगत बैठ के एक नींद आती है ना, उस कोई सुपना नहीं आता, उत्थे भी कई बारी बंदा जुड़े ही रहता है। खालसा जी पातशाह कहते ऐसा ध्यान लगाओ, ध्यान रूप होए आसन लावे। आसन ए लगावे कि रब दा ध्यान करदा करदा रब दा रूप ही हो जावे। वाहिगुरु 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 वाहिगुरु
ਤ੍ਰਿਪੁਟੀ ਤਿੰਨੋਂ ਇੱਕ ਹੋ ਜਾਵੇ, ਧਿਆਤਾ ਧਿਆਨ ਵਾਲਾ ਤੇ ਜਿਹਦਾ ਧਿਆਨ ਲਗਾਉਣਾ ਹੈ ਵਾਹਿਗੁਰੂ ਸ਼ਬਦ ਪਰਮਾਤਮਾ ਦਾ, ਤੇ ਧਿਆਨ ਜਿਹੜੀ ਸੁਰਤੀ ਅੰਦਰ ਜਾ ਰਹੀ ਹੈ, ਉਹ ਸ਼ਕਤੀ ਜਾ ਰਹੀ ਹੈ। ਜਦੋਂ ਤਿੰਨੋਂ ਇੱਕ ਹੋ ਜਾਣ ਤੇ ਇੱਕ ਰੂਪ ਬਣੇਗਾ। ਧਿਆਨ ਰੂਪ ਹੋਏ, ਧਿਆਨ ਰੂਪ ਹੋਏ, ਧਿਆਨ ਰੂਪ ਹੋਏ, ਧਿਆਨ ਵਿੱਚ ਰੱਬ ਦਾ ਰੂਪ ਬਣ ਜਾਵੇ। ਆਸਨ ਲਾਵੇ, ਇਹ ਉਹਦਾ ਆਸਨ ਹੈ। ਸਚ ਨਾਮ ਤਾੜੀ ਚਿਤ ਲਾਵਾ। ਤਾੜੀ ਕਹਿੰਦੇ ਸਮਾਧੀ, ਤਾੜੀ ਮਾਰਨੀ ਨਹੀਂ, ਆਮ ਤਾੜੀ ਮਾਰਦੇ ਆ, ਇਹਦਾ ਵੀ ਭਾਵ ਦੋਵੇਂ ਜੁੜਦੇ ਆ। ਕਦੀ ਫਿਰ ਸਮਾਂ, ਹੁਣ 8 ਮਿੰਟ ਰਹਿ ਗਏ, ਕਿ ਤਾੜੀ ਕਹਿੰਦੇ ਸਮਾਧੀ ਲਗਾਣੀ। ਸਤਨਾਮ ਸੱਚੇ ਨਾਮ ਵਿੱਚ ਜੁੜਨਾ, ਇਹ ਤਾੜੀ ਹੈ। ਚਿੱਤ ਲਾਭ ਹੈ ਕਿ ਜਦੋਂ ਕੋਈ ਆਪਣਾ ਮਨ ਜੋੜਦਾ ਹੈ ਸੱਚੇ ਨਾਮ ਵਿੱਚ, ਇਹ ਉਹਦੀ ਸਮਾਧੀ ਹੈ। ਖਾਲਸਾ ਜੀ, ਸਮਾਧੀ ਟਿਕ ਜਾਣਾ, ਇੱਕ ਨਾਮ ਵੀ ਜੁੜ ਜਾਣਾ, ਇਹ ਚਿੱਤ ਲੱਗ ਜਾਣਾ। ਬਸ ਚਿੱਤ ਨਾਮ ਨਾਲ ਜੁੜ ਜਾਵੇ। ਜਿਵੇਂ ਆਉਂਦਾ ਨਾ ਅਰਦਾਸ ਵਿੱਚ, ਵਾਹਿਗੁਰੂ 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 ਚਿੱਤ ਆਵੇ, ਇਹ ਸਮਾਧੀ ਹੈ ਗੁਰਸਿੱਖਾਂ ਦੀ। ਬਸ ਕੋਈ ਧੂਣੀਆਂ ਧਾ ਕੇ ਸਮਾਧੀ ਨਹੀਂ ਲੱਗਦੀ। ਖਾਲਸਾ ਜੀ, ਘਰ ਬੈਠਿਆਂ ਹੀ ਜਦੋਂ ਸੰਗਤ ਵਿੱਚ ਬੈਠ ਕੇ ਨਾਮ ਜਪਦੇ, ਵਾਹਿਗੁਰੂ ਸੱਚੇ ਪਰਮਾਤਮਾ ਦਾ ਨਾਮ ਉਹਨੂੰ ਯਾਦ ਕਰਦਿਆਂ ਹੀ ਤਾੜੀ ਚਿੱਤ ਲਾਵੇ, ਆਪਣੇ ਹਿਰਦੇ 'ਚ ਇਹ ਸਮਾਧੀ ਲਗਾਵੇ। ਨਾਨਕ ਬੋਲਾ ਅੰਮ੍ਰਿਤ ਬਾਣੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਮਸ਼ਿੰਦਰ ਨਾਥ ਜੀ, ਗੋਰਖਨਾਥ ਜੀ, ਲੋਹਾਰਪਾ ਜੀ, ਚਰਪੜ ਜੀ, ਮੰਗਲਨਾਥ ਜੀ, ਝੰਗਰਨਾਥ ਜੀ, ਤੇ ਐ ਮੇਰੇ ਮਨਾ, ਨਾਨਕ ਬੋਲੇ ਅੰਮ੍ਰਿਤ ਬਾਣੀ, ਇਹ ਅੰਮ੍ਰਿਤ ਬਾਣੀ ਹੈ। ਇਹਨੂੰ ਬਾਰ-ਬਾਰ ਬੋਲੇ। ਜੋਗੀ ਅਲਖ ਅਲਖ ਦਾ ਜਾਪ ਕਰਦੇ ਹਨ, ਅਲਖ ਨਿਰੰਜਨ, ਅਲਖ ਨਿਰੰਜਨ। ਗੁਰਮੁਖਾਂ ਨੇ ਕੀ ਕਰਨਾ ਹੈ? ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ। ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜੇ ਮਨ ਡੋਲਦਾ ਹੋਵੇ ਨਾਮ ਜਪਦਿਆਂ, ਫਿਰ ਬਾਣੀ ਦਾ ਆਸਰਾ ਲੈਣਾ ਹੈ। ਹਰ ਵੇਲੇ ਨਾਮ ਤੇ ਨਹੀਂ ਜਪਿਆ ਜਾਂਦਾ। ਭਾਈ ਵੀਰ ਸਿੰਘ ਜੀ ਕਹਿੰਦੇ, ਜਦੋਂ ਕਿਸੇ ਸਾਧਕ ਦਾ ਮਨ ਨਾਮ ਜਪਦਿਆਂ ਅੱਕ ਜਾਵੇ, ਫਿਰ ਭਾਈ ਬਾਣੀ ਪੜ੍ਹਨੀ ਸ਼ੁਰੂ ਕਰ ਦੋ। ਜਦੋਂ ਉੱਥੋਂ ਅੱਕ ਜਾਵੇ, ਸੇਵਾ ਕਰਨੀ ਸ਼ੁਰੂ ਕਰ ਦੋ। ਬਾਰ-ਬਾਰ ਲਾਣਾ ਹੀ ਕਿਸੇ ਪੰਨ ਨੂੰ। ਉਹ ਸਾਰਾ ਸੇਵਾ ਵੀ ਤਾਂ ਨਾਮ ਪਰਮਾਤਮਾ, ਬਾਣੀ ਵੀ ਪਰਮਾਤਮਾ ਹੈ, ਨਾਮ ਵੀ, ਧਿਆਨ ਤਾਂ ਰੱਬ ਜੁੜੇ ਰਹੇਗਾ ਨਾ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਬਾਣੀ, ਨਾਨਕ ਬੋਲੇ ਅੰਮ੍ਰਿਤ ਬਾਣੀ। ਤੇ ਗੁਰੂ ਪਾਤਸ਼ਾਹ ਕਹਿੰਦੇ ਅੰਮ੍ਰਿਤ ਬਾਣੀ ਨੂੰ ਯਾਦ ਰੱਖਣਾ ਹੈ, ਇਹਨੂੰ ਗਾਇਨ ਕਰਨਾ ਹੈ ਕਿ ਰੱਬ ਦੇ ਵਿਚਾਰ ਨੂੰ, ਰੱਬ ਦੇ ਨਾਮ ਰਸ ਨੂੰ, ਰੱਬ ਦੇ ਖਿਆਲ ਨੂੰ, ਰੱਬ ਦੀ ਬਾਣੀ ਨੂੰ ਤੁਸੀਂ ਆਪਣੇ ਮੁਖ ਤੋਂ ਬਾਰ-ਬਾਰ ਉਚਾਰਨ ਕਰਨਾ ਹੈ। ਸੁਣ ਮਾਛਿੰਦਰਾ ਔਧੂ ਨਿਸ਼ਾਨੀ। ਸੁਣ ਮਾਛਿੰਦਰਾ, ਐ ਮਾਛਿੰਦਰ ਸੁਣ, ਇਹ ਨਿਸ਼ਾਨੀ ਹੈ, ਇਹ ਚਿੰਨ੍ਹ ਹੈ ਕਿਸੇ ਔਧੂ ਦੇ। ਉਹਦਾ ਧਿਆਨ ਐਸਾ ਹੋਵੇ, ਉਹਦੀ ਸਮਾਧੀ ਐਸੀ ਹੋਵੇ, ਉਹਦਾ ਆਸਣ ਐਸਾ ਹੋਵੇ, ਉਹਦੀ ਭੀਖਿਆ ਐਸੀ ਹੋਵੇ। ਇਹ ਦੱਸਿਆ ਇਹੀ ਹੈ, ਇਹੀ ਚਿੰਨ੍ਹ ਹੈ ਕਿਸੇ ਦੇ ਜੋਗੀ ਦੇ, ਕਿਸੇ ਮਹਾਤਮਾ ਦੇ। ਆਸਣ ਕਿਵੇਂ ਲਾਣਾ ਹੈ ਜੀ?
ਜੇ ਕੋਈ ਸਾਧੂ ਬਣ ਕੇ ਵੀ ਦਰ ਤੇ ਮੰਗਣ ਜਾ ਰਿਹਾ ਹੈ, ਉਹ ਸਾਧੂ ਨਹੀਂ ਗਿਣਿਆ ਜਾਂਦਾ। ਧਿਆਨ ਰੱਖਣਾ, ਉਹ ਆਪਣੇ ਆਪ ਜੋ ਖਾਲਸਾ ਮਿਲ ਗਿਆ ਉਹੀ ਉਸ ਤੇ ਗੁਜ਼ਾਰਾ ਕਰੇ। ਤੇ ਇਹ ਸਾਰੇ ਚਿੰਨ੍ਹ ਹਨ ਕਿਸੇ ਸਾਧੂ ਮਹਾਤਮਾ ਦੇ ਬਰਕਤ ਦੇ। ਸੁਨ ਮਾ ਸ਼ਿੰਦਰਾ, ਇਹੀ ਨਿਸ਼ਾਨੀ ਹੈ ਕਿਸੇ ਬਰਕਤ ਮਹਾਤਮਾ ਦੀ। ਆਸਾ ਮਹਿ ਨਿਰਾਸ ਵਲਾਏ, ਆਸਾ ਵਿੱਚ ਨਿਰਾਸ਼ ਹੋ ਜਾਵੇ। ਆਸਾ ਕੀ? ਇੱਛਾ। ਇੱਛਾ ਜਾਗਦੀ ਹੈ ਅੰਦਰੋਂ, ਜਿਹੜੀ ਇੱਛਾ ਜਾਗੇ ਉਹਨੂੰ ਕਹਿੰਦੇ ਆਸਾ। ਕਿਸੇ ਤੋਂ ਕੁਝ ਮੰਗਣਾ ਹੈ, ਇਹ ਮੈਨੂੰ ਦੇਵੇਗਾ ਕੁਝ, ਇਸ ਵਿੱਚੋਂ ਨਿਰਾਸ਼ ਹੋ ਜਾਵੇ, ਨਾ ਪਾਈ। ਆਸਾ ਤੋਂ ਨਿਰਾਸ਼ ਹੋਣਾ, ਜਿਹੜੀ ਇੱਛਾ ਜਾਗਦੀ ਹੈ ਨਾ, ਉਹਨੂੰ ਰੱਬ ਦੀ ਕਿਰਪਾ ਨਾਲ ਅੰਦਰ ਹੀ ਖਤਮ ਕਰ ਦੇਣਾ। ਵਲਾਏ, ਵਲਾਏ ਕਹਿੰਦੇ ਵਿਲੈ ਹੋਣਾ, ਲੀਨ ਹੋ ਜਾਣਾ। ਆਪਣੀ ਆਸਾ ਨੂੰ ਨਿਰਾਸ਼ਾ ਵਿੱਚ ਵਿਲੈ ਕਰਨਾ ਹੈ। ਜੋ ਨਾਨਕ ਕਰਤੇ ਪਾਏ, ਨਿਸ਼ਚੈ ਕਰਕੇ, ਵਿਸ਼ੇਸ਼ ਕਰਕੇ ਗੁਰੂ ਨਾਨਕ ਪਾਤਸ਼ਾਹ ਫਰਮਾਨ ਕਰਦੇ, ਉਹ ਰੱਬ ਦਾ ਪਿਆਰਾ ਰੱਬ ਨੂੰ ਜ਼ਰੂਰ ਪਾਵੇਗਾ। ਆਸਾ ਅੰਦਰ ਅਦੁੱਖ ਕਣਾ ਮਨਮੁਖ ਚਿਤ ਲਾਇਆ, ਗੁਰਮੁਖ ਭਏ ਬਿਨਰਾਸ ਜਿਨ ਭਾਣਾ ਪਾਇਆ। ਭਾਣੇ ਵਿੱਚ ਖਾਲਸਾ ਜੀ ਆਸਾ ਨਹੀਂ ਹੁੰਦੀ। ਜਿਹੜਾ ਭਾਣੇ ਤੋਂ ਬਾਹਰ ਜਾਵੇਗਾ ਉਹਨੂੰ ਆਸਾ ਜਾਗਦੀ ਹੈ। ਆਖੋ ਸਤਿ। ਭਾਣਾ ਜੋ ਹੋ ਰਿਹਾ, ਟਾਈਮ ਲੰਘੀ ਜਾ ਰਿਹਾ, ਇਹ ਭਾਣਾ ਹੀ ਹੈ ਨਾ, ਇਹ ਜੋ ਹੋਈ ਜਾ ਰਿਹਾ ਸਹਿਜ ਵਿੱਚ। ਭਾਣੇ ਵਿੱਚ ਖਾਲਸਾ ਜੀ ਉਹ ਆਸਾ ਨਹੀਂ, ਨਿਰਾਸ਼ਾ ਰਹਿੰਦੀ। ਭਾਵ ਨਿਰਾਸ਼ਾ ਉਹ ਵੀ ਨਹੀਂ ਵੀ ਐਵੇਂ ਹੀ ਆਪਣੇ ਅੰਦਰ ਦੀ ਵਾਸ਼ਨਾਵਾਂ ਨੂੰ ਵੀ ਇਹ ਵੀ ਪਰੇ ਕਰ ਦੇਣਾ, ਉਹ ਰੱਬ ਆਪੇ ਦੇਈ ਜਾਂਦਾ ਫਿਰ ਖਾਲਸਾ ਜੀ। ਮੰਗਣ ਦੀ ਲੋੜ ਨਾ ਪਵੇ, ਉੱਥੇ ਕਹਿੰਦੇ ਨਿਰਾਸ਼ਾ। ਅੰਦਰੋਂ ਕੋਈ ਫੁਰਨਾ ਨਾ ਪ੍ਰਫੁੱਲਿਤ ਹੋਵੇ, ਉਹਨੂੰ ਕਹਿੰਦੇ ਨਿਰਾਸ਼ਾ। ਆਸਾ ਮਾਹੇ ਨਿਰਾਸ਼ ਵਲਾਏ, ਨਿਹਚੋ ਨਾਨਕ ਕਰਤੇ ਪਾਏ। ਨਿਸ਼ਚੈ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਉਹ ਰੱਬ ਦਾ ਪਿਆਰਾ ਪਰਮਾਤਮਾ ਨੂੰ ਪਾ ਲੈਂਦਾ ਹੈ। ਪ੍ਰਣਵਤ ਨਾਨਕ ਅਗਮ ਸੁਣਾਏ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬੇਨਤੀ ਕਰਦੇ ਆ, ਪ੍ਰਣਵਤ ਬੇਨਤੀ ਹੈ। ਅਗਮ ਸੁਣਾਏ, ਅਗਮ, ਅਗਮ ਦੀ ਗੱਲ। ਹੁਣ ਅਗਮ ਦੀ ਗੱਲ ਕਿਹਨੂੰ ਸੁਣਾਵੇਗਾ? ਜਿਹੜਾ ਆਪ ਸੁਣੇਗਾ। ਉਹ ਜਿਹਨੇ ਆਪ ਨਹੀਂ ਗੱਲ ਸੁਣੀ, ਉਹ ਚੇਲੇ ਨੂੰ ਕਿਵੇਂ ਸੁਣਾਵੇਗਾ? ਅਗਲੀ ਪੰਕਤੀ ਨਾਲ ਪੜੋ ਜੀ। ਗੁਰ ਚੇਲੇ ਕੀ ਸੰਦ ਮਿਲਾਏ, ਆਪਣੇ ਚੇਲਿਆਂ ਨੂੰ ਕੋਈ ਸਿੱਖਿਆ ਦੇਣ ਵਾਲਾ ਹੋਵੇ। ਜਿਹਦੇ ਪੱਲੇ ਆਪ ਨਹੀਂ ਸਿੱਖਿਆ, ਚੇਲੇ ਨੂੰ ਕਿਵੇਂ ਸਿੱਖਿਆ ਦੇਵੇਗਾ ਭਾਈ? ਅਗਮ ਦੀ ਗੱਲ ਜਿਹਨੇ ਕਦੀ ਆਪ ਨਹੀਂ ਸੁਣੀ, ਉਹ ਦੂਜੇ ਨੂੰ ਕੀ ਸੁਣਾਵੇਗਾ? ਪ੍ਰਣਵਤ ਨਾਨਕ ਅਗਮ ਸੁਣਾਏ। ਇਹ ਚੇਲਾ ਕੌਣ ਹੈ? ਮਨ। ਮਨ ਹੀ ਗੁਰੂ ਹੈ, ਮਨ ਹੀ ਚੇਲਾ ਹੈ। ਕਿਉਂ ਜੀ? ਇੱਕ ਸ਼ਬਦ ਆਪ ਜੀ ਸਭ ਨੂੰ ਯਾਦ ਹੋਵੇਗਾ। ਦੇਹ ਸ਼ਿਵਾ ਬਰ ਮੋਹਿ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਨਾ ਡਰੋ ਅਰਸਿਓ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਅਰ ਸਿੱਖ ਹੂੰ ਆਪਣੇ ਹੀ ਮਨ ਕੋ, ਅਰ ਸਿੱਖ ਹੂੰ, ਮੈਂ ਸਿੱਖ ਹਾਂ ਆਪਣੇ ਮਨ ਦਾ। ਜਿਹੜਾ ਅੰਦਰੂਨੀ ਜੋ ਸਰੂਪ ਮਨ ਹੈ ਉਹ ਗੁਰੂ, ਤੇ ਜਿਹੜਾ ਬਾਹਰੀ ਮਨ ਹੈ ਵਿਸ਼ਈ, ਉਹ ਹੈ ਚੇਲਾ। ਅੰਦਰਲੇ ਮਨ ਨੇ ਬਾਹਰੀ ਮਨ ਨੂੰ ਸਮਝਾਉਣਾ ਕਿ ਮਨਾ ਇਹ ਕੰਮ ਨਾ ਕਰ। ਹੁੰਦਾ ਹੈ ਨਾ ਕਈ ਵਾਰੀ ਬੰਦਾ ਕਿਸੇ ਨਾਲ ਈਰਖਾ ਕਰਦਾ, ਅੰਦਰੋਂ ਆਵਾਜ਼ ਆਉਂਦੀ, ਕਿਉਂ ਲੈਣਾ ਈਰਖਾ, ਨਾ ਛੱਡ ਪਰੇ। ਅੰਦਰਲਾ ਮਨ ਬਾਹਰ ਨੂੰ ਸਮਝਾਉਂਦਾ ਹੈ, ਤੇ ਗੁਰੂ ਸਮਝਾ ਰਿਹਾ ਆਪਣੇ ਚੇਲੇ ਨੂੰ। ਖਾਲਸਾ ਜੀ, ਗੁਰ ਚੇਲੇ ਕੀ ਸੰਦ ਮਿਲਾਏ। ਅੰਦਰਲੇ ਮਨ ਤੇ ਬਾਹਰੀ ਮਨ ਨੂੰ ਇੱਕ ਕਰ ਲੈਣਾ, ਇਹ ਅਸਲ ਜੋਗੀ ਹੈ। ਅੱਖੋ ਸਤਨਾਮ। ਜ਼ਫਰਨਾਮਾ ਸਾਹਿਬ ਦੀ ਇੱਕ ਸ਼ੇਰ ਜੇ ਦੁਨੀਆ ਸਮਝ ਲਵੇ ਨਾ, ਅੱਜ ਦੁਨੀਆ ਦਾ ਸਾਰਾ ਪਲਟਾ ਬਦਲ ਜਾਵੇਗਾ। ਹਮੂ ਮਰਦ ਬਾਇਦ ਸ਼ਬਦ ਸੁਖਨ ਵਰ, ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਫਿਰ ਇਹਦਾ ਪਾਠ, ਹਮੂ ਮਰਦ ਬਾਇਦ
ਸ਼ਬਦ ਸੁਖਨ ਵਰ ਨਾ ਸ਼ਿਕਮੇ ਦਿਗਰ ਦਰਦਹਾਨੇ ਦਿਗਰ। ਇਹਦਾ ਅਰਥ ਇਹ ਹੈ, ਬੰਦਾ ਐਸਾ ਹੋਵੇ, ਮਨੁੱਖ ਐਸਾ ਹੋਵੇ, ਇਨਸਾਨ ਐਸਾ ਹੋਵੇ ਜਿਹੜਾ ਬਚਨਾਂ ਦਾ ਪੂਰਾ ਹੋਵੇ। ਬਚਨ ਦਾ ਪੂਰਾ ਮਤਲਬ ਨਾ ਸ਼ਿਕਮੇ ਦਿਗਰ, ਉਹਦੇ ਢਿੱਡ ਵਿੱਚ ਕੁਝ ਹੋਰ ਨਾ ਹੋਵੇ। ਸ਼ਿਕਮੇ ਢਿੱਡ, ਦਰ ਦਹਾਨੇ ਦਿਗਰ, ਦਰ ਕਹਿੰਦੇ ਵਿੱਚ, ਦਹਾਨ ਕਹਿੰਦੇ ਦਾੜਾ, ਮੂੰਹ, ਜ਼ੁਬਾਨ, ਉਹਦੀ ਜ਼ੁਬਾਨ ਤੇ ਕੁਝ ਹੋਰ ਨਾ ਹੋਵੇ। ਜ਼ੁਬਾਨ ਤੇ ਵੀ ਉਹ ਹੋਵੇ ਜਿਹੜਾ ਅੰਦਰ ਹੋਵੇ, ਅੰਦਰ ਉਹ ਹੋਵੇ ਜਿਹੜਾ ਜ਼ੁਬਾਨ ਤੇ ਹੋਵੇ, ਭਾਵ ਬਰਾਬਰ ਹੋਵੇ। ਇਹ ਬਰਾਬਰ ਹੈ। ਗੁਰ ਚੇਲੇ ਕੀ ਸੰਧ ਮਿਲਾਏ। ਸੰਧ ਕੀ ਹੈ? ਇੱਕੋ। ਜੋ ਅੰਦਰ ਹੈ ਬਾਹਰ, ਜੋ ਅੰਦਰਲਾ ਮਨ ਜੋ ਸਰੂਪ ਹੈ, ਕੋਈ ਬਾਹਰਲਾ ਮਨ ਗੱਲਾਂ ਕਰਦਾ ਹੈ, ਫਿਰ ਤਾਂ ਇੱਕੋ ਹੈ ਨਾ। ਐਸਾ ਬੰਦਾ ਜਿਹੜਾ ਕੋਈ ਵੀ ਹੋਵੇਗਾ, ਭਾਵੇਂ ਅੱਜ ਦਾ ਸ਼ਾਸਕ ਵੀ ਹੋਵੇ ਨਾ, ਅੱਜ ਦੇ ਮੰਤਰੀ ਵੀ ਐਸੇ ਬਣ ਜਾਣ ਤੇ ਦੁਨੀਆ ਦਾ ਨਸ਼ਾ बढ़ ਜਾਵੇਗਾ। ਅੱਜ ਦੇ ਐਸੇ ਸਾਡੇ ਧਾਰਮਿਕ ਬੰਦੇ ਵੀ ਬਣ ਜਾਣ ਤੇ ਭਾਈ ਕਿਸੇ ਨੂੰ ਸਿੱਖਿਆ ਦੇਣ ਦੀ ਲੋੜ ਨਹੀਂ, ਸਾਰੇ ਰੱਬ ਆਪੇ ਬਣ ਜਾਣਗੇ। ਦੂਜੇ ਨੂੰ ਸਿੱਖਿਆ ਦੇਣ ਤੋਂ ਪਹਿਲਾਂ ਸਾਡਾ ਆਪਣਾ ਜੀਵਨ ਐਸਾ ਬਣੇ ਤੇ ਸਾਰੀ ਦੁਨੀਆ ਆਪੇ ਸੁਧਰ ਜਾਵੇਗੀ। ਇੱਕੋ ਸ਼ੇਰ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ, ਕਹਿੰਦੇ ਹਮੂ ਬਰਦ ਬਾਇਦ ਸ਼ਬਦ ਸੁਖਨ ਮਰ ਨਾ ਸ਼ਿਕਵੇ ਦਿਗਰ ਦਰਦਹਾਨੇ ਦਿਗਰ। ਭਾਈ ਬੰਦਾ ਅੰਦਰੋਂ ਬਾਹਰੋਂ ਇੱਕ ਹੋਵੇ। ਤੇ ਉਹੀ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਐਸਾ ਹੋਵੇ। ਗੁਰ ਚੇਲੇ ਕੀ ਸੰਤ ਮਿਲਾਏ। ਸੰਤ ਕਹਿੰਦੇ ਸੰਧੀ ਹੋਣੀ, ਜੁੜ ਜਾਣਾ। ਜਿਹੜਾ ਜੁੜੇਗਾ ਉਹੀ ਤਾਂ ਜੋਗੀ ਹੈ। ਗੁਰੂ ਕੇ ਪਿਆਰੇ ਆਪਣੀ ਸੁਰਤੀ ਨੂੰ ਆਪਣੇ ਆਤਮ ਰਸ ਨਾਲ ਜੋੜਦੇ, ਅੰਦਰਲੇ ਮਨ ਨੂੰ ਤੇ ਬਾਹਰੀ ਮਨ ਨੂੰ ਇੱਕ ਕਰਦੇ ਹਨ। ਸਿੱਖਿਆ ਦਾਰੂ ਭੋਜਨ ਖਾਏ। ਤੇ ਭਾਈ ਉਹਦੀ ਸਿੱਖਿਆ ਕੀ ਹੈ? ਦੀਖਿਆ। ਦੀਖਿਆ ਦਾ ਅਰਥ ਹੈ ਸਿੱਖਿਆ ਪ੍ਰਾਪਤ ਕਰਨੀ। ਦਾਰੂ, ਕਈ ਜੋਗੀ ਨਸ਼ਾ ਕਰਦੇ ਹਨ ਤੇ ਗੁਰਸਿੱਖਾਂ ਦਾ ਨਸ਼ਾ ਕੀ ਹੈ? ਗੁਰੂ ਤੋਂ ਸਿੱਖਿਆ ਲੈਣੀ। ਤੁਸੀਂ ਰੋਜ਼ ਸਵੇਰੇ ਟਾਈਮ ਜਦੋਂ ਹੁੰਦਾ ਨਾ 6:45 ਭੱਜ ਕੇ ਆਉਂਦੇ ਹੋ ਵੀ ਸਿੱਖਿਆ ਲੈਣੀ ਮਹਾਰਾਜ ਤੋਂ। ਇਹ ਨਸ਼ਾ ਹੈ। ਨਸ਼ਾ ਉਹ ਹੈ ਜਿਹੜਾ ਟਾਈਮ ਵੇਲੇ ਤੁਹਾਨੂੰ ਤੰਗ ਕਰੇ। ਅੱਖੋ ਸਤਨਾਮ। ਜਦੋਂ ਸ਼ਾਮ ਹੁੰਦੀ, ਰਾਤ ਨੂੰ ਹੁੰਦੀ ਹੈ ਨਾ, ਤੇ ਜਿਹੜਾ ਸ਼ਰਾਬੀ ਹੈ ਉਹਨੂੰ ਕਹਿੰਦਾ ਚੱਲ ਉਹ ਲੋਰ ਜਾਗਦੀ ਏ। ਬੱਦਲ ਪਵੇ, ਉਹ ਦੂਜੇ ਪਾਤਸ਼ਾਹ ਵੇਲੇ ਜ਼ਿਕਰ ਆਉਂਦਾ ਨਾ ਖਾਲਸਾ ਜੀ ਖਡੂਰ ਸਾਹਿਬ ਦੇ ਚੌਧਰੀ ਦਾ, ਜਦੋਂ ਮੀਂਹ ਵਰਖਣ ਲੱਗਾ ਤੇ ਉਹਨੂੰ ਹੁਣ ਲੋਰ ਜਾਗਣ ਲੱਗੇ ਪੀਵੇ। ਭਾਵ ਨਸ਼ਾ ਉਹ ਕਹਿਣ ਦਾ ਭਾਵ ਜਿਹੜਾ ਟਾਈਮ ਵੇਲੇ ਤੰਗ ਕਰੇ, ਉਹ ਕੀੜੇ ਜਗਾਵੇ। ਤੇ ਗੁਰਸਿੱਖਾਂ ਦਾ ਨਸ਼ਾ ਉਹ ਜਿਹੜਾ 6:45 ਹੋਵੇ ਸਵੇਰੇ ਸਵੇਰੇ ਤੇ ਚਲੋ ਭਾਈ ਕਥਾ ਵੱਲ ਚਲੀਏ, ਕੁਛ ਸੁਣੀਏ। ਅੰਮ੍ਰਿਤ ਵੇਲੇ ਜਦੋਂ ਖਾਲਸਾ ਜੀ ਆਤਮ ਰਸ ਦੀ ਧੁਨੀ ਪ੍ਰਾਪਤ ਕਰਨੀ ਹੋਵੇ, ਉੱਠ ਕੇ ਜਾਗੇ, ਉਹ ਨਸ਼ਾ ਹੈ ਖਾਲਸਾ ਜੀ। ਜਿਹੜਾ ਅੰਦਰਲੇ ਆਵਾਜ਼ ਨੂੰ ਜਾਗਰਤ ਕਰੇ ਵੀ ਚੱਲ ਮਨਾ ਉਹ ਟਾਈਮ ਹੋ ਗਿਆ ਤੇਰਾ, ਉਹ ਨਸ਼ਾ ਉਹੀ ਹੈ ਨਾ। ਤੇ ਗੁਰਸਿੱਖਾਂ ਦਾ ਨਸ਼ਾ ਕੀ ਹੈ? ਗੁਰੂ ਦੀ ਸਿੱਖਿਆ ਪ੍ਰਾਪਤ ਕਰਨੀ। ਦੇਖਿਆ ਦਾਰੂ ਭੋਜਨ ਖਾਏ। ਤੇ ਭਾਈ ਉਹਨੇ ਭੋਜਨ ਕੀ ਖਾਣਾ ਹੈ? ਆਤਮ ਰਸ ਦਾ ਭੋਜਨ ਪ੍ਰਾਪਤ ਕਰਨਾ ਹੈ। ਛਿਆ ਦਰਸ਼ਨ ਕੀ ਸੋਜੀ ਪਾਏ। ਉਹਨੂੰ ਫਿਰ ਸਮਝ ਆਵੇਗੀ 6 ਦਰਸ਼ਨ ਕਿਹੜੇ ਹਨ। ਕਿਹੜਾ ਪਤੰਜਲੀ ਦਾ ਯੋਗ ਸ਼ਾਸਤਰ ਹੈ, ਕਿਹੜਾ ਖਾਲਸਾ ਮੀਮਾਂਸਾ ਸ਼ਾਸਤਰ ਹੈ, ਕਿਹੜਾ ਵਿਦਾਂਤ ਹੈ। ਉਹ 6 ਸ਼ਾਸਤਰ ਇਹ ਹਨ। ਜਿਵੇਂ ਆਉਂਦਾ ਨਾ ਬਾਣੀ 'ਚ 6 ਘਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਇਹ 6 ਸਮਾਬੱਧ ਹੋ ਗਏ ਤੇ ਅੱਜ ਇਤਨੇ ਵਿਚਾਰ। ਉਹ 6 ਦਰਸ਼ਨਾਂ ਦੀ ਸੋਝੀ ਉਹਨੂੰ ਪ੍ਰਾਪਤ ਵੀ ਇਹਨਾਂ 'ਚ ਹੈ ਕੀ? ਗੁਰ ਗੁਰ ਏਕੋ, ਸਭ ਦਾ ਗੁਰੂ ਇੱਕੋ ਹੀ ਹੈ। ਉਹ ਕੌਣ ਹੈ? ਅਕਾਲ ਪੁਰਖ। ਤੇ ਉਹ ਸਾਰਿਆਂ ਦਾ ਵਿਤਕਰਾ ਛੱਡ ਕੇ ਅਕਾਲ ਪੁਰਖ ਨਾਲ ਜੁੜਦਾ ਹੈ। ਅਸਲ ਜੋਗੀ ਉਹ ਹੈ, ਉਹਨੂੰ ਕਹਿੰਦੇ ਬਿਰਕਤ ਮਹਾਤਮਾ। ਜਦੋਂ ਇਹ ਉਪਦੇਸ਼ ਸੁਣਿਆ ਗੋਰਖਨਾਥ ਨੇ, ਸਾਰੇ ਮਛਿੰਦਰ ਨਾਥ ਜੋਗੀਆਂ ਨੇ ਕਹਿਣ ਲੱਗੇ ਵਾਹ ਮਹਾਰਾਜ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਗੁਰੂ ਨਾਨਕ ਪਾਤਸ਼ਾਹ
ਜਿਨ੍ਹਾਂ ਨੇ ਸਭ ਨੂੰ ਗਿਆਨ ਬਖਸ਼ਿਸ਼ ਕੀਤਾ ਤੇ ਸਾਰੀ ਦੁਨੀਆ ਨੂੰ ਗਿਆਨ ਦੇ ਰਹੇ ਹਨ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਇਤਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਜੀ। ਅੱਖਰਵਾਦ ਘਾਟ ਭੁਲ ਚੁੱਕ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।